नानक कै सुख एही जन के चरण वसै मिरहिया रै संग पुनीता देही जन की धूर देहो कृपा निध नानक कै सुख एही। बेसुमार अथाह अगनत अतुलै ज्यों बुलावो त्यों नानक दास बोलै ज्यों बुलावो त्यों नानक दास बोलै। जुगो जुग अटल ਸਰਬ ਸਾਂਝੀ ਵਾਲਤਾ ਦੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਕਰੁਣਾ ਨਿਧਾਨ ਸਮਰੱਥ ਗੁਰੂਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਸਥਾਨਾਂ ਉੱਪਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਬੜੀ ਅਪਾਰ ਕਿਰਪਾ ਦੇ ਪਾਤਰ ਹੋ ਜੋ ਸਤਿਗੁਰੂ ਜੀ ਕੇ ਬਖਸ਼ੇ ਉਦਮ ਸਦਕਾ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਆਨੰਦ ਪਈ ਮਾਣਦੇ ਹੋ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਬਖਸ਼ਿਸ਼ ਕੀਤੀ ਰੋਜ਼ਾਨਾ ਦੀ ਜੀਵਨ ਜਾਚ ਆਸਾ ਕੀ ਵਾਰ ਦੇ ਕੀਰਤਨ ਰੂਪ ਵਜੋਂ ਸਾਹਿਬ ਜੀ ਦੀ ਬਾਣੀ ਦੇ ਬਖਸ਼ਿਸ਼ ਕੀਤੇ ਉਪਦੇਸ਼ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂ। ਅੱਜ ਮਾਘ ਦੇ ਮਹੀਨੇ ਦੀ ਆਰੰਭਤਾ ਨੂੰ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀ ਪਾਵਨ ਉਪਦੇਸ਼ ਬਖਸ਼ਿਸ਼ ਸਾਨੂੰ ਕਰ ਰਹੇ ਨੇ। ਸਤਿਗੁਰੂ ਜੀ ਕਿਹੜੀ ਸਿੱਖਿਆ ਸਾਡੀ ਝੋਲੀ ਵਿੱਚ ਪਾ ਰਹੇ ਨੇ, ਆਓ ਸਤਿਗੁਰੂ ਜੀ ਕੇ ਪਾਵਨ ਉਪਦੇਸ਼ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ।
ਬਾਰਹਾ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਮਾਘ ਮੱਜਨ ਸੰਗ ਸਾਧੂਆ। ਤੂੜੀ ਕਰ ਇਸਨਾਨ। ਹਰ ਕਾ ਨਾਮ ਧਿਆਏ ਸੁਣ। ਸਭਨਾ ਨੋ ਕਰ ਦਾਨ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਮਾਝ ਰਾਗ ਦੇ ਅੰਦਰ 12 ਮਾਹਾ ਬਾਣੀ ਦੇ ਸਰਲੇ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 135 ਔਰ 36 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਜਦੋਂ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਤੇ ਭਾਰਤ ਦੇ ਇਤਿਹਾਸ ਅੰਦਰ ਧਰਮ ਦੀ ਬਹੁਤ ਜ਼ਿਆਦਾ ਮਾਨਤਾ ਹੈ। ਅਲੱਗ-ਅਲੱਗ ਧਰਮ ਹੋਣ ਕਰਕੇ ਵੀ ਕਹਿ ਸਕਦੇ ਹਾਂ, ਔਰ ਬਹੁਤਾਤ ਇੱਥੇ ਧਰਮੀ ਲੋਕਾਂ ਦਾ ਵਸੇਬਾ ਵੀ ਕਹਿ ਸਕਦੇ ਹਾਂ, ਜਿਸ ਕਰਕੇ ਇੱਥੋਂ ਦੀ ਜਿਹੜੀ ਸੰਸਕ੍ਰਿਤੀ ਹੈ ਉਹ ਧਰਮ ਦੇ ਨਾਲ ਸੰਬੰਧ ਰੱਖਦੀ ਹੈ। ਔਰ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਪਾਵਨ ਦਿਹਾੜੇ ਦੇ ਰੂਪ ਵਜੋਂ ਮਨਾਇਆ ਜਾਂਦਾ। ਇਸ ਦਿਨ ਲੋਕ ਤੀਰਥ ਅਸਥਾਨਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਕਿ ਜਾ ਕੇ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਾਂਗੇ ਤੇ ਸਾਡੇ ਕੀਤੇ ਕਰਮਾਂ ਦਾ ਛੁਟਕਾਰਾ ਹੋ ਜਾਏਗਾ। ਇਸ ਕਰਕੇ ਇਸ ਦਿਨ ਦੀ ਬਹੁਤ ਜ਼ਿਆਦਾ ਮਾਨਤਾ ਹੈ। ਹੁਣ ਖਿਆਲ ਰੱਖਿਓ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇੱਕ ਨਵੇਕਲਾ ਪੱਖ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਨਾ ਜਿਹੜੇ ਲੋਕ ਕਰਮ ਕਰ ਰਹੇ ਨੇ, ਜਿੱਥੇ ਉਹਨਾਂ ਲੋਕਾਂ ਨੂੰ ਕਰਮ ਕਰਨ ਤੋਂ ਵਰਜਿਆ, ਰੋਕਿਆ, ਉੱਥੇ ਸਤਿਗੁਰੂ ਜੀ ਨੇ ਕਰਮ ਨੂੰ ਕਰਨ ਦਾ ਤਰੀਕਾ ਵੀ ਬਦਲਿਆ, ਢੰਗ ਵੀ ਬਦਲਿਆ। ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਬਹੁਤ ਸਾਰੇ ਉਪਦੇਸ਼ ਸਤਿਗੁਰੂ ਜੀ ਦੇ ਐਸੇ ਬਖਸ਼ਿਸ਼ ਕੀਤੇ ਹੋਏ ਵੀ ਦੁਨੀਆ ਉੱਤੇ ਉਹ ਕਰਮ ਕੀਤੇ ਜਾਂਦੇ ਨੇ। ਪਰ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਮਾਲਕ ਜੀ ਨੇ ਉਹ ਕਰਮਾਂ ਨੂੰ ਕਰਨ ਦਾ ਤਰੀਕਾ ਬਦਲ ਦਿੱਤਾ ਵੀ ਸੰਸਾਰ ਜਿਵੇਂ ਕਰਦਾ ਹੈ ਤੇਰਾ ਕਰਮ ਉੱਦਾਂ ਦਾ ਨਹੀਂ ਹੋਏਗਾ। ਔਰ ਇਸੇ ਤਰ੍ਹਾਂ ਸੰਸਾਰ ਜਾ ਕੇ ਇਸ਼ਨਾਨ ਕਰਦਾ ਹੋਏਗਾ ਬਾਹਰੀ ਤੀਰਥਾਂ ਦੇ ਉੱਤੇ,
ਕਿ ਸਾਡੇ ਕਰਮ ਬਖਸ਼ੇ ਜਾਣ। ਪਰ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਇਸ ਗੱਲ ਦੀ ਸੋਝੀ ਤੇ ਸਾਨੂੰ ਬਖਸ਼ਦੀ ਹੈ ਕਿ ਬਾਹਰੀ ਤੌਰ ਉੱਤੇ ਅਸੀਂ ਇਸ਼ਨਾਨ ਇੱਕ ਵਾਰੀ ਛੱਡ ਕੇ ਭਾਵੇਂ ਸਾਰਾ ਸਾਲ ਵੀ ਉਸ ਤੀਰਥ ਅਸਥਾਨ ਉੱਤੇ ਕਰਦੇ ਰਹੀਏ ਤੇ ਸਾਡੇ ਕਰਮਾਂ ਦਾ ਛੁਟਕਾਰਾ ਨਹੀਂ ਹੋਣਾ। ਬਾਹਰੀ ਤੌਰ ਉੱਤੇ ਵੀ ਇੱਕ ਖਾਸ ਦਿਨ ਨੂੰ ਛੱਡ ਕੇ ਜੇ ਅਸੀਂ ਸਾਰੇ ਦਿਨ ਹੀ ਸਾਲ ਦੇ ਵਿੱਚ ਆਪਣੇ ਖਾਸ ਮੰਨ ਕੇ ਉਸ ਤੀਰਥ ਅਸਥਾਨ ਉੱਤੇ ਜਾ ਕੇ ਬੈਠ ਜਾਈਏ, ਤੀਰਥ ਅਸਥਾਨ ਉੱਤੇ ਜਾ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦਈਏ ਤੇ ਰੋਜ਼ ਨਿਤਾ ਪ੍ਰਤੀ ਉਸੇ ਤੀਰਥ ਉੱਤੇ ਇਸ਼ਨਾਨ ਕੀਤਾ ਜਾਏ ਤੇ ਸਾਡੇ ਕਰਮਾਂ ਤੋਂ ਛੁਟਕਾਰਾ ਨਹੀਂ ਹੋਣਾ। ਛੁਟਕਾਰਾ ਕਿਵੇਂ ਹੈ? ਕਰਮਾਂ ਤੋਂ ਛੁਟਕਾਰਾ ਉਸ ਦਿਨ ਹੋਏਗਾ ਜਿਸ ਦਿਨ ਅਸੀਂ ਆਪਣੇ ਕੀਤੇ ਕਰਮਾਂ ਨੂੰ ਮੁਆਫੀ ਰੂਪ ਵਜੋਂ ਅਕਾਲ ਪੁਰਖ ਪਰਮੇਸ਼ਵਰ ਜੀ ਅੱਗੇ, ਅਰਜ਼ੋਈ ਰੂਪ ਵਜੋਂ ਗੁਰੂ ਅੱਗੇ ਅਸੀਂ ਬੇਨਤੀ ਕਰੀਏ ਔਰ ਅਗਾਂਹ ਤੋਂ ਗੁਰੂ ਸਾਹਿਬ ਨਾਲ ਜਾਂ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਇਹ ਪ੍ਰਣ ਕਰੀਏ ਵੀ ਮਾਲਕ ਜੀ ਉਹ ਰਹਿਮਤ ਕਰੋ, ਅਗਾਂਹ ਤੋਂ ਅਸੀਂ ਇਹਨਾਂ ਔਗਣਾਂ ਨੂੰ, ਇਹਨਾਂ ਕਰਮਾਂ ਨੂੰ ਆਪਣੇ ਜੀਵਨ ਵਿੱਚ ਨਾ ਕਮਾਈਏ। ਫਿਰ ਛੁਟਕਾਰਾ ਤੇ ਹੋ ਸਕਦਾ। ਪਰ ਜੇ ਅਸੀਂ ਕਹੀਏ ਵੀ ਕੱਲਾ ਤੀਰਥ ਉੱਤੇ ਜਾ ਕੇ ਇਸ਼ਨਾਨ ਕੀਤਾ ਤੇ ਕਰਮਾਂ ਤੋਂ ਛੁਟਕਾਰਾ ਹੋ ਜਾਏਗਾ, ਤੇ ਫਿਰ ਸਤਿਗੁਰੂ ਜੀ ਬਾਣੀ 'ਚ ਪ੍ਰੋੜਤਾ ਕਰਦੇ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਕਦੇ ਵੀ ਅਸੀਂ ਆਪਣੇ ਕੀਤੇ ਕਰਮਾਂ ਦਾ ਛੁਟਕਾਰਾ ਪਾਣੀ ਦੇ ਨਾਲ, ਜਲ ਦੇ ਨਾਲ ਇਸ਼ਨਾਨ ਕਰਕੇ ਤੇ ਨਹੀਂ ਕਰਵਾ ਸਕਦੇ ਕਿ ਸਾਡਾ ਪਾਰ ਉਤਾਰਾ ਹੋ ਜਾਏ ਜਾਂ ਸਾਡੇ ਕੀਤੇ ਕਰਮਾਂ ਤੋਂ ਛੁਟਕਾਰਾ ਹੋ ਜਾਏ। ਅਕਸਰ ਜਦੋਂ ਆਪ ਜੀ ਨਾਲ ਵਿਚਾਰ ਸਾਂਝੀ ਕਰੀਦੀ ਹੈ ਤੇ ਉਦੋਂ ਆਪ ਜੀ ਅੱਗੇ ਜ਼ਰੂਰ ਬੇਨਤੀ ਕਰਦੇ ਹਾਂ ਕਿ ਤੀਰਥ ਅਸਥਾਨ ਉੱਤੇ ਜਾਣਾ ਮਾੜਾ ਨਹੀਂ। ਤੀਰਥ ਅਸਥਾਨ ਉੱਤੇ ਜਾਣਾ ਬੁਰੀ ਗੱਲ ਨਹੀਂ ਹੈ, ਪਰ ਤੀਰਥ ਅਸਥਾਨ ਉੱਤੇ ਇਸ ਗੱਲ ਨੂੰ ਜਾਂ ਇਸ ਸੋਚ ਨੂੰ, ਇਸ ਮਤ ਨੂੰ ਲੈ ਕੇ ਜਾਣਾ ਕਿ ਉੱਥੇ ਜਾ ਕੇ ਮੈਂ ਇਸ਼ਨਾਨ ਕਰਾਂਗਾ ਤੇ ਮੇਰੇ ਪਾਪ ਲੱਥ ਜਾਣਗੇ, ਇਹ ਵਿਚਾਰਧਾਰਾ ਠੀਕ ਨਹੀਂ। ਉੱਥੇ ਜਾ ਕੇ ਤੇ ਇਸ ਮਤ ਨੂੰ ਲੈ ਕੇ ਜਾਣਾ ਕਿ ਮੈਂ ਤੀਰਥ ਅਸਥਾਨ ਤੇ ਚੱਲਿਆ ਤੇ ਉੱਥੇ ਜਾ ਕੇ ਜਿੱਥੇ ਮੈਂ ਤਨ ਦਾ ਇਸ਼ਨਾਨ ਕਰਨਾ, ਸਰੀਰ ਕਰਕੇ ਇਸ਼ਨਾਨ ਕਰਨਾ, ਉੱਥੇ ਨਾਲ ਮੈਂ ਕੋਸ਼ਿਸ਼ ਕਰਨੀ, ਯਤਨ ਕਰਨਾ ਕਿ ਉਸ ਤੀਰਥ ਅਸਥਾਨ ਉੱਤੇ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਮੈਂ ਆਪਣੇ ਪੱਲੇ ਨਾਲ ਬੰਨ੍ਹ ਕੇ ਲੈ ਕੇ ਆਵਾਂ, ਤਾਂ ਜੋ ਜਲ ਦੇ ਨਾਲ ਮੈਂ ਆਪਣੇ ਤਨ ਦੀ ਮੈਲ ਉਤਾਰ ਸਕਾਂ ਔਰ ਉਸ ਉਪਦੇਸ਼ ਦੇ ਸਦਕਾ, ਉਸ ਗਿਆਨ ਦੇ ਸਦਕਾ ਮੈਂ ਆਪਣੇ ਕਰਮਾਂ ਦੀ ਮੈਲ ਤੋਂ ਛੁਟਕਾਰਾ ਪਾ ਸਕਾਂ। ਇਹ ਸੋਚ ਲੈ ਕੇ ਜਾਈਏ ਜਦੋਂ ਵੀ ਤੀਰਥ ਅਸਥਾਨ ਉੱਤੇ ਅਸੀਂ ਚੱਲ ਕੇ ਜਾਈਏ। ਸਤਿਗੁਰੂ ਜੀ ਨੇ ਅੱਜ ਉਪਦੇਸ਼ ਬੜਾ ਪਿਆਰਾ ਬਖਸ਼ਿਸ਼ ਕੀਤਾ, ਮਾਘ ਮੱਜਨ ਸੰਗ ਸਾਧੂਆਂ। ਹੁਣ ਸਾਹਿਬ ਨੇ ਇਹ ਨਹੀਂ ਕਿਹਾ ਕਿ ਇਸ਼ਨਾਨ ਨਹੀਂ ਕਰਨਾ, ਸਤਿਗੁਰੂ ਜੀ ਨੇ ਤਰੀਕਾ ਬਦਲ ਦਿੱਤਾ। ਲੋਕਾਂ ਦੀ ਸੋਚ ਸੀ ਕਿ ਤੀਰਥ ਉੱਤੇ ਜਾ ਕੇ ਨਹਾਉਣਾ ਹੈ, ਸਾਹਿਬ ਕਹਿੰਦੇ ਵੀ ਨਹੀਂ, ਤੀਰਥ ਉੱਤੇ ਜਾ ਕੇ ਨਹਾਉਣਾ ਤੇ ਖਿਆਲ ਕਰ, ਤੀਰਥ ਉੱਤੇ ਜਾ ਕੇ ਨਹਾਉਂਦਿਆਂ ਜਲ ਨਾਲ ਸਰੀਰ ਦੀ ਮੈਲ ਲੱਥ ਸਕਦੀ ਹੈ, ਪਰ ਗੱਲ ਤੇ ਤੇਰੇ ਕਰਮਾਂ ਦੀ ਮੈਲ ਦੀ ਹੈ। ਤੇ ਕਰਮਾਂ ਦੀ ਮੈਲ ਕਿੱਥੇ ਲੱਥੇਗੀ? ਕਰਮਾਂ ਦੀ ਮੈਲ ਉਤਾਰਨ ਵਾਸਤੇ ਤੈਨੂੰ ਉਸ ਤੀਰਥ ਅਸਥਾਨ ਉੱਤੇ ਜਾਣਾ ਪਏਗਾ ਜਿਸ ਤੀਰਥ ਅਸਥਾਨ ਉੱਤੇ ਜਾ ਕੇ ਮਨ ਦੀ ਮੈਲ ਲੱਥਦੀ ਹੈ। ਤੇ ਉਹ ਤੀਰਥ ਅਸਥਾਨ ਜਦੋਂ ਸਾਹਿਬ ਦੱਸਦੇ, ਕਹਿੰਦੇ ਮੱਜਨ ਮਤਲਬ ਇਸ਼ਨਾਨ, ਸੰਗ ਸਾਧੂਆਂ, ਰੱਬ ਦੇ ਪਿਆਰਿਆਂ ਵਿੱਚ ਬੈਠ। ਰੱਬ ਦੇ ਪਿਆਰਿਆਂ ਵਿੱਚ ਬੈਠ ਕੇ ਤੇ ਕੀ ਕਰ? ਧੂੜੀ ਕਰ, ਇਸ਼ਨਾਨ,
ਉਹਨਾਂ ਦੀ ਚਰਨ ਧੂੜ ਮਤਲਬ ਉਹਨਾਂ ਦੀ ਸੇਵਾ ਵਿੱਚ ਤਤਪਰ ਹੋ। ਉਹਨਾਂ ਦੇ ਹੁਕਮ ਅਨੁਸਾਰੀ, ਜਿਵੇਂ ਰੱਬ ਦੇ ਪਿਆਰੇ ਤੈਨੂੰ ਹੁਕਮ ਕਰ ਦੇਣ, ਉਹਨਾਂ ਦੀ ਸੇਵਾ ਵਿੱਚ ਤਤਪਰ ਹੋਣਾ। ਇਸ਼ਨਾਨ ਜੇ ਮਨ ਕਰਕੇ ਕਰਨਾ ਤੇ ਸਤਿਗੁਰੂ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਅਸਲ ਦੇ ਵਿੱਚ ਜੇ ਕਰਮਾਂ ਤੋਂ ਛੁਟਕਾਰਾ ਚਾਹੁੰਦੇ ਆ, ਕਰਮਾਂ ਤੋਂ ਸਾਡਾ ਜਿਹੜਾ ਬਚਾਅ ਹੋ ਸਕੇ, ਜਾਂ ਅਸੀਂ ਆਪਣੇ ਕੀਤੇ ਕਰਮਾਂ ਤੋਂ ਆਪਣਾ ਆਪਾ ਜਿਹੜਾ ਉਹਨੂੰ ਆਪਣੇ ਆਪੇ ਨੂੰ ਛੁਡਾ ਸਕੀਏ, ਤੇ ਸਾਹਿਬ ਕਹਿੰਦੇ ਫਿਰ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਬੈਠਿਆ ਕਰ, ਉੱਥੇ ਇਸ਼ਨਾਨ ਕਰ। ਜਦੋਂ ਤੀਰਥ ਦੀ ਗੱਲ ਆਈ ਤੇ ਸਾਹਿਬ ਕਹਿੰਦੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਸਾਡਾ ਤੀਰਥ ਤੇ ਇਹ ਸੀ ਕਿ ਅਸੀਂ ਗਿਆਨ ਹਾਸਲ ਕਰਦੇ, ਤੇ ਗਿਆਨ ਹਾਸਲ ਕਰਕੇ ਚੰਗੇ ਕਰਮਾਂ ਵਾਲੇ ਪਾਸੇ ਅਸੀਂ ਜੁੜਦੇ, ਤੇ ਉਹਨਾਂ ਚੰਗੇ ਕਰਮਾਂ ਦੇ ਸਦਕਾ ਅਸੀਂ ਆਪਣੇ ਕੀਤੇ ਕਰਮਾਂ ਤੋਂ ਛੁਟਕਾਰਾ ਪਾਉਂਦੇ। ਪਰ ਹੋਇਆ ਕੀ ਕਿ ਗਿਆਨ ਤੋਂ ਅਸੀਂ ਸੱਖਣੇ ਰਹਿ ਗਏ। ਗਿਆਨ ਤੋਂ ਸੱਖਣੇ ਹੋਣ ਕਰਕੇ ਸਾਡੇ ਮਨਾਂ ਨੇ ਇੱਕ ਭਰਮ ਆਪਣੇ ਅੰਦਰ ਪਾਲ ਲਿਆ ਕਿ ਕਰਮ ਜੈਸੇ ਮਰਜ਼ੀ ਕਰਦੇ ਰਹੋ, ਜਿੱਦਾਂ ਦੇ ਮਰਜ਼ੀ ਭੈੜੇ ਤੋਂ ਭੈੜੇ ਕਰਮ ਕਮਾਉਂਦੇ ਰਹੋ, ਪਰ ਜੇ ਜਾ ਕੇ ਅਸੀਂ ਤੀਰਥ ਤੇ ਨਹਾਲਾਂਗੇ ਤੇ ਸਾਡਾ ਛੁਟਕਾਰਾ ਹੋ ਜਾਏਗਾ। ਮਨਾਂ ਨੇ ਇਹ ਭਰਮ ਪਾਲ ਲਿਆ। ਸ਼ਾਇਦ ਇਸੇ ਕਰਕੇ ਇਨਸਾਨ ਆਪਣੇ ਕਰਮ ਜਿਹੜੇ ਨਾ ਉਹਨਾਂ ਨੂੰ ਬਦਲਣ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਇਨਸਾਨ ਵਿਸ਼ਵਾਸ ਇਸ ਗੱਲ ਵਿੱਚ ਰੱਖਦਾ ਵੀ ਸਭ ਤੋਂ ਵੱਡਾ ਤੀਰਥ ਅਸਥਾਨ ਕਿਹੜਾ ਹੈ, ਮੈਂ ਉੱਥੇ ਚੱਲ ਕੇ ਜਾਵਾਂ। ਸੋਚ ਹੈ ਇਨਸਾਨ ਦੀ। ਕਰਮ ਬਦਲਣ ਵਿੱਚ ਵਿਸ਼ਵਾਸ ਨਹੀਂ ਹੈ, ਕੰਮ ਕਰਨ ਦੇ ਤਰੀਕੇ ਜਾਂ ਭੈੜੇ ਔਗਣਾਂ ਨੂੰ ਛੱਡਣ ਵਿੱਚ ਵਿਸ਼ਵਾਸ ਨਹੀਂ ਹੈ, ਸਗੋਂ ਭਰੋਸਾ ਇਸ ਗੱਲ ਉੱਤੇ ਕਰਕੇ ਬੈਠਾ ਹੈ ਕਿ ਧਰਤੀ ਉੱਤੇ ਸਭ ਤੋਂ ਵੱਡਾ ਤੀਰਥ ਅਸਥਾਨ ਕਿਹੜਾ ਹੈ, ਜਿਸ ਤੀਰਥ ਅਸਥਾਨ ਉੱਤੇ ਜਾ ਕੇ ਮੈਂ ਨਹਾਵਾਂ ਤੇ ਮੇਰੇ ਕੀਤੇ ਕਰਮ ਸਾਰੇ ਹੀ ਬਖਸ਼ੇ ਜਾਣ। ਚਲੋ ਜੇ ਆਪਾਂ ਇਹ ਵੀ ਮੰਨ ਲੈਨੇ ਕਿ ਤੀਰਥ ਉੱਤੇ ਜਾ ਕੇ ਇਸ਼ਨਾਨ ਕੀਤਿਆਂ ਕਰਮਾਂ ਦੀ ਮੈਲ ਲੱਥ ਜਾਂਦੀ, ਪਰ ਸਵਾਲ ਇੱਕ ਇਹ ਵੀ ਹੈ ਕਿ ਹਰ ਸਾਲ ਦੁਬਾਰਾ ਵਹੀ ਖਾਤਾ ਸ਼ੁਰੂ ਕਰਨ ਨੂੰ ਤੇ ਨਹੀਂ ਮੈਲ ਲਾਈ ਜਾਂਦੀ ਵੀ ਅਸੀਂ 1 ਸਾਲ ਦੀ ਮੈਲ ਲਾ ਕੇ ਆ ਗਏ, ਮੁੜ ਕੇ ਅਗਲੇ ਸਾਲ ਤੱਕ ਫੇਰ ਕਰਮ ਕਮਾਉਂਦੇ ਰਹੇ, ਜਦੋਂ ਅਗਲਾ ਸਾਲ ਫੇਰ ਆ ਗਿਆ ਫੇਰ ਜਾ ਕੇ ਇਸ਼ਨਾਨ ਕਰ ਲਾਂਗੇ, ਖਾਤਾ ਫੇਰ ਪਾੜ ਆਵਾਂਗੇ। ਇਦਾਂ ਤੇ ਨਹੀਂ। ਠੀਕ ਹੈ, ਸਤਿਗੁਰੂ ਜੀ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ। ਮਾਲਕ ਪਾਤਸ਼ਾਹ ਬਾਬਾ ਕਬੀਰ ਜੀ ਕਹਿੰਦੇ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ, ਤੇ ਤੇਰਾ ਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ। ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਪੀ ਚੀਤ ਨ ਰਾਖਸ ਮਾਇਆ। ਕਿ ਬੱਚੇ ਦੇ ਔਗਣ ਮਾਂ ਬਾਪ ਬਖਸ਼ ਦਿੰਦੇ ਨੇ, ਪਰ ਕਦੋਂ? ਜਦੋਂ ਬੱਚਾ ਇਹ ਗੱਲ ਆਖੇ ਵੀ ਮੈਂ ਅੱਜ ਤੋਂ ਬਾਅਦ 'ਚ ਇਹ ਕਰਮ ਨਹੀਂ ਕਰਦਾ, ਜਾਂ ਮਾਂ ਬਾਪ ਜਦੋਂ ਆਖਣ ਵੀ ਪੁੱਤਰਾ ਧੀਏ ਅੱਜ ਤੋਂ ਬਾਅਦ 'ਚ ਇਹ ਕੰਮ ਨਹੀਂ ਕਰਨਾ, ਅਸੀਂ ਤੈਨੂੰ ਬਖਸ਼ ਦਿੰਦੇ, ਤਾਂ ਹੀ ਬਖਸ਼ਿਆ ਜਾਂਦਾ ਵੀ ਦੁਬਾਰਾ ਇਹ ਕਰਮ ਨਹੀਂ ਕਰਨਾ। ਤੇ ਅਸੀਂ ਮੰਨ ਲੈਨੇ ਆ ਕਿ ਤੀਰਥ ਅਸਥਾਨ ਉੱਤੇ ਜਾ ਕੇ ਇਸ਼ਨਾਨ ਕੀਤਿਆਂ ਮੈਲ ਲੱਥ ਜਾਂਦੀ ਹੈ, ਕਰਮਾਂ ਤੋਂ ਛੁਟਕਾਰਾ ਹੋ ਜਾਂਦਾ, ਪਰ ਇਸ ਕਰਕੇ ਤੇ ਨਹੀਂ ਹੁੰਦਾ ਵੀ ਦੁਬਾਰਾ ਜਾ ਕੇ ਅਸੀਂ ਫੇਰ ਉਹੀ ਕੰਮ ਕਰੀ ਚੱਲੀਏ। ਕੁਝ ਨਾ ਕੁਝ ਤੇ ਬਦਲਣਾ ਪਏਗਾ ਨਾ, ਕੋਈ ਨਾ ਕੋਈ ਤਰੀਕਾ, ਕੋਈ ਨਾ ਕੋਈ ਢੰਗ ਤੇ ਬਦਲਣਾ ਪਏਗਾ। ਜੇ ਮਾਂ ਨੇ ਪੁੱਤਰ ਨੂੰ ਧੀ ਨੂੰ ਬਖਸ਼ਿਆ, ਪਿਤਾ ਨੇ ਪੁੱਤਰ ਨੂੰ ਧੀ ਨੂੰ ਬਖਸ਼ਿਆ ਹੈ, ਉਹਦੇ ਕੀਤੇ ਕਰਮਾਂ ਨੂੰ ਬਖਸ਼ਿਆ ਹੈ, ਜਾਂ ਉਹਦੇ ਕੀਤੇ ਔਗਣ ਬਖਸ਼ੇ ਨੇ, ਤੇ ਕੀ ਕੰਡੀਸ਼ਨ ਰੱਖ ਕੇ ਬਖਸ਼ੇ ਵੀ ਅੱਗੇ ਤੋਂ ਇਹ ਕੰਮ ਨਹੀਂ ਕਰਨਾ।
ਤੇ ਫਿਰ ਕਿਤੇ ਨਾ ਕਿਤੇ ਅਸੀਂ ਇਹ ਵੀ ਸੋਚੀਏ ਨਾ ਵੀ ਜੇ ਸਾਡੀ ਸੋਚ ਇਹ ਕਹਿੰਦੀ ਹੈ ਕਿ ਤੀਰਥ ਉੱਤੇ ਜਾ ਕੇ ਸਾਡੇ ਕਰਮਾਂ ਤੋਂ ਛੁਟਕਾਰਾ ਹੋ ਜਾਂਦਾ, ਤੇ ਫਿਰ ਕੰਡੀਸ਼ਨ ਤੇ ਸਾਡੇ ਲਈ ਵੀ ਇਹੀ ਹੋਏਗੀ ਨਾ ਵੀ ਦੁਬਾਰਾ ਇਹ ਕੰਮ ਨਹੀਂ ਕਰਨਾ। ਪਰ ਅਸੀਂ ਕਿੱਥੇ ਖੜੇ। ਖੈਰ ਸਾਹਿਬ ਕਹਿੰਦੇ ਵੀ ਮਾਘ ਦੇ ਮਹੀਨੇ ਵਿੱਚ ਮੱਜਣ ਕਰਨਾ, ਇਸ਼ਨਾਨ ਕਰਨਾ, ਤੇ ਇਸ਼ਨਾਨ ਕਰਨਾ ਰੱਬ ਦੇ ਪਿਆਰਿਆਂ ਦੇ ਸੰਗ ਵਿੱਚ, ਉਹਨਾਂ ਦੀ ਸੰਗਤ ਕਰਦੇ ਆ, ਉਹਨਾਂ ਦੇ ਸੰਗ ਵਿੱਚ ਬੈਠੇ ਆ, ਔਰ ਉਹਨਾਂ ਦੀ ਸੇਵਾ ਵਿੱਚ ਹਰ ਵਕਤ ਤਤਪਰ ਰਹਿ ਕੇ ਧੂੜੀ ਕਰ ਇਸ਼ਨਾਨ, ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਨਾ, ਉਹਨਾਂ ਦੇ ਚਰਨਾਂ ਕਮਲਾਂ ਵਿੱਚ ਰਹਿਣਾ, ਮਤਲਬ ਉਹਨਾਂ ਦੇ ਅਨੁਸਾਰੀ ਚੱਲਣਾ। ਜਿਵੇਂ ਉਹ ਆਪਣੇ ਜੀਵਨ ਵਿੱਚ ਕਰਮ ਕਮਾਉਂਦੇ, ਉਵੇਂ ਤੂੰ ਆਪਣੀ ਜ਼ਿੰਦਗੀ ਵਿੱਚ ਕਰਮ ਕਮਾ ਸੱਜਣਾ, ਫਿਰ ਤੇਰੇ ਕੀਤੇ ਮੱਜਣ ਦਾ ਲਾਭ ਹੈ, ਫਿਰ ਤੇਰੇ ਕੀਤੇ ਇਸ਼ਨਾਨ ਦਾ ਲਾਭ ਹੈ। ਜੇ ਰੱਬ ਦੇ ਪਿਆਰਿਆਂ ਦੇ ਸੰਗ ਵਿੱਚ ਬਹਿ ਕੇ ਵੀ ਸਾਡੇ ਕਰਮ ਜਿਹੜੇ ਨੇ ਉਹ ਰੱਬ ਦੇ ਪਿਆਰਿਆਂ ਤੋਂ ਬਿਲਕੁਲ ਖਿਲਾਫ ਹੋਣ, ਜਾਂ ਜਿਵੇਂ ਉਹ ਆਖਦੇ ਅਸੀਂ ਉਵੇਂ ਮੰਨਣ ਦੀ ਬਜਾਏ ਉਹਦੇ ਤੋਂ ਬਿਲਕੁਲ ਉਲਟ ਕਰਮ ਕਰਦੇ ਰਹੀਏ, ਛੁਟਕਾਰਾ ਫਿਰ ਵੀ ਨਹੀਂ। ਛੁਟਕਾਰਾ ਤੇ ਤਾਂ ਹੈ ਜੇ ਅਸੀਂ ਅਨੁਸਾਰੀ ਹੋ ਕੇ ਚੱਲੀਏ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਰੱਬ ਦਾ ਨਾਮ ਧਿਆਉਣਾ ਵੀ ਹੈ ਤੇ ਸੁਣਨਾ ਵੀ ਹੈ। ਜਿੱਥੇ ਧਿਆਉਣਾ ਔਰ ਸੁਣਨਾ ਹੈ ਉੱਥੇ ਸਭਨਾ ਨੌ ਕਰ ਦਾਨ। ਦੂਜਿਆਂ ਨੂੰ ਵੀ ਆਖਣਾ, ਪਰ ਦੂਜਿਆਂ ਨੂੰ ਦੇਣ ਤੋਂ ਪਹਿਲਾਂ ਆਪਣੇ ਕੋਲ ਹੋਣਾ। ਇਹ ਨਹੀਂ ਵੀ ਮੈਂ ਦੂਜਿਆਂ ਨੂੰ ਕਹੀ ਚੱਲਾਂ ਵੀ ਰੱਬ ਦਾ ਨਾਮ ਜਪੋ, ਰੱਬ ਦਾ ਨਾਮ ਜਪੋ, ਆਪਣੇ ਕੋਲ ਹੋਵੇ ਹੀ ਕੁਛ ਨਾ। ਦਾਨ ਤੇ ਤਾਂ ਹੀ ਕਰ ਸਕਦੇ ਆ ਨਾ ਜੇ ਕੋਲੇ ਹੋਏਗਾ, ਤੇ ਜੇ ਕੋਲੇ ਹੀ ਨਹੀਂ ਹੈ ਤੇ ਦਾਨ ਕੀ ਕਰਾਂਗੇ। ਮੈਂ ਕਿਸੇ ਨੂੰ ਸਰੀਰਕ ਤੌਰ ਤੇ ਜਾਂ ਸੰਸਾਰਕ ਤੌਰ ਤੇ ਵੀ ਕੁਛ ਦੇਣਾ ਚਾਹੁੰਦਾ ਤੇ ਉਹਨੇ ਕੁਝ ਹੀ ਦੇ ਸਕਦਾ ਜਿੰਨਾ ਕੁ ਮੇਰੇ ਕੋਲ ਹੋਏਗਾ। ਜੇ ਮੇਰੇ ਕੋਲ 100 ਰੁਪਏ ਹੈ ਤੇ 100 ਰੁਪਏ ਚੋਂ ਹੁਣ ਮੈਂ ਦਾਨ 100 ਤੱਕ ਹੀ ਦੇ ਸਕਦਾ। ਮੈਂ ਅਗਲੇ ਬੈਠੇ ਜਿੱਥੇ ਦਾਨ ਦੇਣਾ, ਮੈਂ ਉਹਨੂੰ ਇਹ ਨਹੀਂ ਕਹਿ ਸਕਦਾ ਵੀ ਲੈ ਸੱਜਣਾ ਮੈਂ ਤੈਨੂੰ 1000 ਰੁਪਈਆ ਦਾਨ ਦਿੱਤਾ, ਹੈ ਹੀ ਮੇਰੇ ਕੋਲ 100। ਜਾਂ ਮੈਂ ਇਹ ਨਹੀਂ ਕਹਿ ਸਕਦਾ ਵੀ ਲੈ ਸੱਜਣਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤੈਨੂੰ 110 ਰੁਪਈਏ ਦਾਨ ਦਿੱਤੇ, ਹੈ ਹੀ 100, 110 ਕਿੱਥੋਂ ਦੇ ਦਾਂਗੇ। ਜਨਮ ਜਿਹੜਾ ਸਾਹਿਬ ਜੀ ਨੇ ਜ਼ਿਕਰ ਕੀਤਾ, ਹਰ ਕਾ ਨਾਮ ਧਿਆਏ, ਪਹਿਲੋਂ ਧਿਆ ਸੁਣ, ਤੇਰੇ ਕੋਲ ਖਜ਼ਾਨਾ ਇਕੱਠਾ ਹੋਵੇ। ਜਦੋਂ ਉਹ ਖਜ਼ਾਨਾ ਇਕੱਠਾ ਹੋਏਗਾ ਨਾ, ਫਿਰ ਸਭਨਾਂ ਨੂੰ ਕਰ ਦਾਨ, ਫਿਰ ਦਾਨ ਦੇਣ ਦੀ ਵਾਰੀ ਆਉਂਦੀ। ਸਤਿਗੁਰੂ ਜੀ ਨੇ ਪਾਵਨ ਬਾਣੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੜ੍ਹਦੇ ਆ ਨਾ, ਤੇ ਮਾਲਕ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਇਹ ਉਪਦੇਸ਼ ਫਿਰ ਨਾਲ ਅਗਾਂਹ ਜਾ ਕੇ ਸਤਿਗੁਰੂ ਜੀ ਆਖਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ। ਪਹਿਲੋਂ ਆਪਣਾ ਆਪ ਜਪਣਾ, ਅਵਰਹ ਨਾਮ ਜਪਾਵੇ, ਤੇ ਦੂਜਿਆਂ ਨੂੰ ਜਪਣ ਵਾਸਤੇ ਆਖੇ, ਪ੍ਰੇਰਿਤ ਕਰੇ, ਜਿਸ ਤਰੀਕੇ ਮਰਜ਼ੀ ਆਖ ਲਈ। ਪਰ ਪਹਿਲੋਂ ਕੰਡੀਸ਼ਨ ਹੈ ਕਿ ਅਸੀਂ ਆਪ ਉਸ ਖਜ਼ਾਨੇ ਦੇ ਮਾਲਕ ਹੋਈਏ, ਅਸੀਂ ਆਪ ਉਸ ਖਜ਼ਾਨੇ ਦੇ ਵਾਰਸ ਹੋਈਏ, ਤਾਂ ਹੀ ਤੇ ਖਜ਼ਾਨੇ ਵਿੱਚੋਂ ਕੁਝ ਦੇ ਸਕਾਂਗੇ ਨਾ। ਜੇ ਸਾਡੇ ਕੋਲ ਹੀ ਕੁਝ, ਅਸੀਂ ਕੰਗਾਲ ਹੋਏ ਤੇ ਦੂਜੇ ਨੂੰ ਕੀ ਦੇ ਦਾਂਗੇ। ਹਰ ਕਾ ਨਾਮ ਧਿਆਉਣਾ, ਸੁਣਨਾ, ਤੇ ਫਿਰ ਸਭਨਾਂ ਨੂੰ ਦਾਨ ਕਰਨਾ। ਇਸ ਤਰੀਕੇ ਦੇ ਨਾਲ ਤੇ ਹੋ ਸਕਦਾ ਹੈ ਵੀ ਸਾਡੇ ਕੀਤੇ ਕਰਮਾਂ ਤੋਂ ਸਾਡਾ ਛੁਟਕਾਰਾ ਹੋ ਜਾਵੇ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ।
ਜਨਮਾਂ ਦੀ ਮੈਲ ਲਾਉਣ ਜਾਂਦਾ ਬੰਦਾ ਤੀਰਥ ਤੇ ਇਸ਼ਨਾਨ ਕਰਨ ਵਾਸਤੇ। ਆਪਣੇ ਕੀਤੇ ਕਰਮਾਂ ਦੀ ਮੈਲ ਲਾਉਣ ਜਾਂਦਾ। ਸਤਿਗੁਰੂ ਨੇ ਵੀ ਆਖਿਆ, ਪਰ ਇੱਕ ਖਿਆਲ ਕਰੀਏ, ਬਾਹਰੀ ਤੌਰ ਉੱਤੇ ਕੀਤਾ ਇਸ਼ਨਾਨ ਕੀ ਕਹਿ ਰਿਹਾ? ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹਨੂੰ ਸੌਖੇ ਰੂਪ ਚ ਸਮਝਣਾ ਹੋਵੇ ਨਾ, ਜਿਹੜੇ ਕੱਪੜੇ ਗੰਦੇ ਨੇ ਉਹ ਅਸੀਂ ਰੱਖ ਦਈਏ ਅਲਮੀਰਾ 'ਚ, ਅਲਮਾਰੀ 'ਚ ਰੱਖ ਦਈਏ, ਜਿਹੜੇ ਧੋਤੇ ਹੋਏ ਉਹ ਫੜ ਕੇ ਧੋਈ ਚਲੀਏ, ਗੰਦੇ ਤਾਂ ਨਹੀਂ ਸਾਫ਼ ਹੋਣ ਲੱਗੇ। ਸਾਡਾ ਸੁਭਾਅ ਬਣ ਚੁੱਕਾ ਕਿ ਜਿਹੜੇ ਵਸਤਰ ਗੰਦੇ ਨੇ ਨਾ ਉਹ ਤੇ ਅਸੀਂ ਰੱਖੇ ਸਾਈਡ ਤੇ, ਜਿਹੜੇ ਧੋਤੇ ਹੋਏ ਉਹੀ ਮੁੜ ਮੁੜ ਧੋਈ ਜਾਂਦੇ ਆ। ਕਿਉਂ? ਮੈਲਿਆਂ ਦੀ ਮੈਲ ਤੋਂ ਡਰ ਲੱਗਦਾ ਵੀ ਜੇ ਧੋਵਾਂਗੇ ਤੇ ਮੈਲ ਲੱਥੇਗੀ, ਮੈਲ ਵੇਖਣੀ ਪਏਗੀ, ਗੰਦਗੀ ਵੇਖਣੀ ਪਏਗੀ, ਤੇ ਉਹ ਜਿਹੜੇ ਸਾਫ਼ ਨੇ ਉਹਨਾਂ ਨੂੰ ਹੀ ਮੁੜ ਮੁੜ ਧੋਈ ਜਾਂਦੇ ਆ। ਤੇ ਭਾਵੇਂ ਅਸੀਂ ਰੋਜ਼ ਉਹ ਕੱਪੜੇ ਧੋਈ ਚੱਲੀਏ, ਰੋਜ਼, ਗੰਦਿਆਂ ਨੇ ਸਾਫ਼ ਨਹੀਂ ਹੋ ਜਾਣਾ। ਗੰਦੇ ਤੇ ਉਦੋਂ ਵਧੇਕ ਗੰਦਗੀ ਨਾਲ ਭਰਨਗੇ, ਸਾਫ਼ ਨਹੀਂ ਹੋਣੇ ਜਿੰਨਾ ਚਿਰ ਉਹਨਾਂ ਨੂੰ ਧੋਤਾ ਨਾ ਗਿਆ। ਔਰ ਸਾਡੀ ਹਾਲਤ ਇਸੇ ਤਰ੍ਹਾਂ ਦੀ ਹੈ। ਤਨ ਸਾਫ਼ ਹੈ, ਅਸੀਂ ਤਨ ਹੀ ਧੋਈ ਜਾਂਦੇ ਹਾਂ। ਤਨ ਤੇ ਸਾਫ਼ ਹੈ। ਤੀਰਥ ਅਸਥਾਨ ਤੇ ਅਸੀਂ ਚੱਲੇ ਹਾਂ, ਸਿਰਫ ਇੱਕ ਉਦਾਹਰਣ, ਤੀਰਥ ਅਸਥਾਨ ਤੇ ਜਾਣ ਤੋਂ ਪਹਿਲਾਂ ਘਰੇ ਇਸ਼ਨਾਨ ਕਰਕੇ ਹੀ ਤੁਰੇ ਆ ਨਾ, ਵੀ ਆਪਾਂ ਫਲਾਣੀ ਥਾਂ ਤੇ ਜਾਣਾ, ਇਸ਼ਨਾਨ ਕਰਕੇ ਚੱਲੇ। ਉੱਥੇ ਜਾ ਕੇ ਇਸ਼ਨਾਨ ਕਰ ਲੈਣਾ ਇੱਕ ਅਲੱਗ ਬਾਤ ਹੈ, ਪਰ ਅਸੀਂ ਘਰੋਂ ਇੱਕ ਵਾਰ ਇਸ਼ਨਾਨ ਕਰਕੇ ਤੁਰੇ ਆ ਕਿ ਮੈਂ ਉੱਥੇ ਜਾਣਾ। ਤਨ ਤੇ ਸਾਫ਼ ਹੈ, ਅਸੀਂ ਸਾਫ਼ ਹੀ ਧੋਤੀ ਜਾਂਦੇ। ਸਾਫ਼ ਵਸਤਰ ਧੋਈ ਜਾਂਦੇ ਆ, ਮੈਲਾ ਵਸਤਰ ਅਸੀਂ ਸਾਂਭ ਕੇ ਰੱਖਿਆ ਹੋਇਆ, ਉਹਨੂੰ ਧੋਣ ਵਾਲੇ ਪਾਸੇ ਸੋਚਿਆ ਹੀ ਨਹੀਂ। ਮਨ ਨੇ ਹੱਛਾ ਥੋੜੀ ਹੋਣਾ, ਤਨ ਮੈਂ ਭਾਵੇਂ ਰੋਜ਼ ਧੋਈ ਚੱਲਾਂ। ਤਨ ਸਾਫ਼ ਕੀਤੇ ਆ, ਮਨ ਦੀ ਸਾਫ਼ ਜਿਹੜੀ ਸਫਾਈ ਹੈ ਜਾਂ ਮਨ ਦੀ ਨਿਰਮਲਤਾਈ ਨਹੀਂ। ਤੇ ਸਾਡੇ ਕਰਮ ਕਿੱਥੇ ਨੇ? ਮਨ ਵਿੱਚ। ਮੈਲ ਕਿੱਥੇ ਹੈ? ਮਨ ਵਿੱਚ। ਸਰੀਰ ਵਿੱਚ ਮੈਲ, ਸਰੀਰ ਤੇ ਮਨ ਦਾ ਬੱਝਾ ਹੋਇਆ ਹੈ। ਜਿਵੇਂ ਮਨ ਕਹਿੰਦਾ ਸਰੀਰ ਕਰੀ ਜਾਂਦਾ ਹੈ। ਅੱਖਾਂ ਨੂੰ ਵੇਖਣ ਵਾਸਤੇ ਮਨ ਨੇ ਕਿਹਾ, ਅੱਖਾਂ ਨੇ ਵੇਖਿਆ, ਅੱਖਾਂ ਦੀ ਕਰਮ ਨਾਲ ਮੈਲਾ ਮਨ ਹੋਇਆ, ਅੱਖਾਂ ਮੈਲੀਆਂ ਨਹੀਂ ਹੋਈਆਂ, ਮਨ ਮੈਲਾ ਹੋਇਆ। ਸੁਣਨ ਵਾਸਤੇ ਪ੍ਰੇਰਨਾ ਕੰਨਾਂ ਨੂੰ ਮਨ ਦੇ ਰਿਹਾ ਹੈ, ਕੰਨਾਂ ਨਾਲ ਸੁਣ ਕੇ ਮਨ ਮੈਲਾ ਹੋ ਰਿਹਾ, ਕੰਨ ਮੈਲੇ ਨਹੀਂ ਹੋ ਰਹੇ। ਕੰਨ ਤੇ ਉਵੇਂ ਹੀ ਨੇ। ਜ਼ੁਬਾਨ ਨੂੰ ਬੋਲਣ ਵਾਸਤੇ ਪ੍ਰੇਰਨਾ ਮਨ ਦੇ ਰਿਹਾ ਹੈ, ਤੇ ਜ਼ੁਬਾਨ ਨਾਲ ਬੋਲ ਕੇ ਮਨ ਗੰਦਾ ਹੋ ਰਿਹਾ ਹੈ। ਜ਼ੁਬਾਨ ਗੰਦੀ ਨਹੀਂ ਹੋ ਰਹੀ, ਜ਼ੁਬਾਨ ਤੇ ਸਾਫ਼ ਹੈ, ਉਵੇਂ ਹੀ ਪਈ ਹੈ। ਮੈਲ ਤੇ ਮਨ ਖੱਟ ਰਿਹਾ। ਤੇ ਧੋਤੀ ਅਸੀਂ ਜ਼ੁਬਾਨ ਜਾਂਦੇ ਹਾਂ, ਅੱਖਾਂ ਤੇ ਪਾਣੀ ਮਾਰੀ ਜਾਂਦੇ ਹਾਂ, ਕੰਨਾਂ ਨੂੰ ਸਾਫ਼ ਕਰੀ ਜਾਂਦੇ ਹਾਂ। ਬਾਹਰੀ ਤੌਰ ਉੱਪਰ ਮਿੱਟੀ ਧੂੜ ਪੈ ਜਾਏ ਤੇ ਉਹ ਵੱਖਰੀ ਗੱਲ ਹੈ, ਵੀ ਠੀਕ ਹੈ, ਮੰਨ ਲਿਆ ਅਸੀਂ ਅੱਖਾਂ ਤੇ ਮਿੱਟੀ ਪੈ ਗਈ ਤੇ ਉਹ ਪਾਣੀ ਨਾਲ ਧੋ ਲਈ, ਕੰਨਾਂ ਦੇ ਵਿੱਚ ਜੇ ਗੰਦਗੀ ਫਸ ਗਈ ਤੇ ਅਸੀਂ ਉਹਨੂੰ ਸਾਫ਼ ਕਰ ਲਿਆ। ਪਰ ਜਿਹੜੇ ਕਰਮਾਂ ਦੀ ਮੈਲ ਉਹ ਤੇ ਮਨ ਨੂੰ ਲੱਗੀ ਨਾ। ਉਹ ਮੈਂ ਅੱਖਾਂ ਤੇ ਜਿੰਨਾ ਮਰਜ਼ੀ ਜਲ ਛਿੜਕੀ ਜਾਵਾਂ, ਅੱਖਾਂ ਤੇ ਜਲ ਮਾਰੀ ਚੱਲਾਂ, ਅੱਖਾਂ ਸਾਫ਼ ਥੋੜੀ ਹੋ ਜਾਣਗੀ। ਅੱਖਾਂ ਗੰਦੀਆਂ ਨਹੀਂ, ਦ੍ਰਿਸ਼ਟੀ ਗੰਦੀ ਹੈ, ਤੇ ਦ੍ਰਿਸ਼ਟੀ ਸਾਫ਼ ਕਿੱਦਾਂ ਹੋਏਗੀ? ਵਿਚਾਰ ਬਦਲ ਕੇ। ਕੰਨ ਗੰਦੇ ਨਹੀਂ, ਉਹ ਜਿਹੜੀ ਸੁਣਨ ਦੀ ਬਿਰਤੀ ਹੈ ਨਾ, ਉਹ ਗੰਦੀ ਹੈ, ਤੇ ਉਹ ਸਾਫ਼ ਕਿੱਦਾਂ ਹੋਏਗੀ? ਬਿਰਤੀ ਬਦਲ ਕੇ, ਬੁੱਧੀ ਬਦਲ ਕੇ।
ਜ਼ੁਬਾਨ ਗੰਦੀ ਨਹੀਂ ਹੈ, ਜਿਹੜੀ ਬੋਲਣ ਦੀ ਤਾਕਤ ਹੈ ਨਾ, ਸਮਰੱਥਾ ਜਿਹੜੀ, ਉਹ ਸਮਰੱਥਾ ਮੈਂ ਗੰਦੀ ਕਰ ਲਈ। ਉਹ ਕਿਵੇਂ ਗੰਦੀ ਹੋਈ? ਮੇਰੀ ਮੱਤ ਗੰਦੀ ਹੈ, ਮਨ ਗੰਦਾ ਮੇਰਾ। ਹੁਣ ਮੈਂ ਜ਼ੁਬਾਨ ਨੂੰ ਤੇ ਭਾਵੇਂ ਜਿੰਨਾ ਮਰਜ਼ੀ ਧੋਈ ਚੱਲ, ਤੇ ਅਸੀਂ ਬਸ ਆਹੀ ਕੰਮ ਕਰ ਰਹੇ। ਉਤਾਰਨੀ ਅਸੀਂ ਜਨਮਾਂ ਜਨਮਾਂਤਰਾਂ ਦੀ ਮੈਲ ਚਾਹੁੰਦੇ ਆ। ਪਹਿਲੋਂ ਜੇ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਅਸੀਂ ਇਹ ਮੰਨੀਏ ਵੀ ਜੇ ਅਸੀਂ ਸਰੀਰ ਨੂੰ ਧੋ ਰਹੇ ਆ, ਤੇ ਇਹਦਾ ਮਤਲਬ ਸਾਡਾ ਸਰੀਰ ਜਨਮਾਂ ਜਨਮਾਂਤਰਾਂ ਤੋਂ ਗੰਦਾ ਹੀ ਲਈ ਫਿਰਦੇ ਆ ਅਸੀਂ। ਸਰੀਰ ਦੀ ਤੇ ਮੈਲ ਦੀ, ਸਰੀਰ ਦੀ ਮੈਲ ਦਾ ਕੋਈ ਕਨਸੈਪਟ ਨਹੀਂ ਹੈ। ਖਿਆਲ ਰੱਖੀਏ ਇਸ ਗੱਲ ਦੀ, ਅਸੀਂ ਸੋਝੀ ਰੱਖੀਏ ਵੀ ਸਰੀਰ ਦੀ ਮੈਲ ਦਾ ਕੋਈ ਉਹ ਤੇ ਬੰਦਾ ਇੱਕ ਦਿਨ ਨਹੀਂ ਦੂਜੇ ਦਿਨ ਖੁਦ ਕਹਿੰਦਾ ਵੀ ਅੱਜ ਮੈਂ ਇਸ਼ਨਾਨ ਕਰ ਲਾਂ, ਵੀ ਸਰੀਰ ਉੱਤੇ ਗੰਦਗੀ ਜਿਹੀ ਮੈਨੂੰ ਨਜ਼ਰ ਪੈ ਰਹੀ। ਖੁਦ ਆਪ ਮੰਨਦਾ ਇਸ ਗੱਲ ਨੂੰ। ਮਨ ਵੱਲ ਕਦੇ ਝਾਤ ਹੀ ਨਹੀਂ ਮਾਰੀ। ਸਾਹਿਬ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਕਿਤੇ ਲਿਖਿਆ ਮਾਲਕ ਨੇ ਵੀ ਤਨ ਨੂੰ ਮੈਲ ਲੱਗੀ ਤੇਰੇ ਨੂੰ ਜਨਮਾਂ ਜਨਮਾਂਤਰਾਂ ਦੀ। ਤੇ ਜੇ ਮੈਲ ਮਨ ਨੂੰ ਲੱਗ ਰਹੀ ਹੈ, ਫਿਰ ਤਨ ਧੋਣ ਦਾ ਕਨਸੈਪਟ ਕੀ ਹੈ? ਸਰੀਰ ਧੋਣ ਦਾ ਮਤਲਬ ਕੀ? ਉਹ ਤੇ ਸਾਫ਼ ਹੈ ਹੀ ਹੈ। ਉਹ ਤੇ ਅਸੀਂ ਦਿਨ 'ਚ ਇੱਕ ਵਾਰੀ ਤੇ ਸਾਫ਼ ਕਰਾਂਗੇ ਹੀ ਕਰਾਂਗੇ, ਸੁਭਾਵਿਕ ਜਿਹੀ ਗੱਲ ਹੈ। ਇੰਨੀ ਕਿਤੇ ਸੋਝੀ ਸਾਨੂੰ ਵੀ ਹੈ ਨਾ ਵੀ ਅਸੀਂ ਸਰੀਰ ਦੀ ਸਫਾਈ ਦਿਨ 'ਚ 2 ਵਾਰ ਨਹੀਂ ਜੇ ਕਰ ਸਕਦੇ, 1 ਵਾਰ ਤੇ ਸਾਨੂੰ ਲਾਜ਼ਮੀ ਕਰਨੀ ਚਾਹੀਦੀ ਹੈ, ਤਾਂ ਜੋ ਸਰੀਰ ਤੰਦਰੁਸਤ ਵੀ ਰਵੇ, ਤਾਂ ਜੋ ਸਰੀਰ ਅੰਦਰ ਚੁਸਤੀ ਵੀ ਬਣੀ ਰਹੇ, ਫੁਰਤੀ ਵੀ ਬਣੀ ਰਹੇ, ਔਰ ਸਰੀਰ ਦੀ ਇਕਾਗਰਤਾ ਜਿਹੜੀ ਉਹ ਵੀ ਬਣੀ ਰਹੇ। ਇੰਨੀ ਕਿਤੇ ਸੋਝੀ, ਇੰਨਾ ਕਿਤੇ ਅਸੀਂ ਕਾਮਨ ਸੈਂਸ ਕਹਿ ਸਕਦੇ ਹਾਂ ਵੀ ਹਰ ਪਰਸਨ ਨੂੰ ਹੈ। ਹਾਂ, ਕੋਈ ਮੈਂਟਲੀ ਅਪਸੈਟ ਹੋਵੇ, ਜਿਹਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ, ਗਿਆਨ ਨਹੀਂ, ਉਹ ਬੰਦਾ ਇਸ ਕੰਮ ਤੋਂ ਪਰੇ ਹੋਵੇ ਤੇ ਅਸੀਂ ਮੰਨ ਸਕਦੇ ਹਾਂ। ਪਰ ਜਿਹੜਾ ਆਮ ਇਨਸਾਨ ਚੰਗੀ ਬਿਰਤੀ ਦਾ ਮਾਲਕ ਹੈ, ਮਤਲਬ ਮੈਂਟਲੀ ਉਹ ਅਪਸੈਟ ਨਹੀਂ, ਮੈਂਟਲੀ ਤੌਰ ਦੇ ਉੱਤੇ ਬਿਲਕੁਲ ਪ੍ਰਪੇਅਰ ਹੈ, ਉਹ ਬੰਦਾ ਇਸ ਗੱਲ ਦਾ ਗਿਆਨ ਰੱਖਦਾ ਹੈ ਕਿ ਮੈਨੂੰ ਸਰੀਰ ਇੱਕ ਵਾਰੀ ਇੱਕ ਦਿਨ 'ਚ ਸਾਫ਼ ਜ਼ਰੂਰ ਕਰਨਾ ਚਾਹੀਦਾ। ਪਰ ਜਨਮ ਕਰਮ ਉਹਨਾਂ ਦੀ ਮੈਲ ਕਿੱਥੇ ਜਾਏਗੀ? ਤੇ ਸਾਹਿਬ ਜੀ ਨੇ ਉਹ ਮੈਲ ਲਾਉਣ ਵਾਸਤੇ ਉਪਦੇਸ਼ ਦਿੱਤਾ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਕੀ ਹੋਏਗਾ? ਜਨਮ ਕਰਮ ਮਲ ਉਤਰੈ। ਏਦਾਂ ਮੈਲ ਲੱਥਦੀ। ਮਨ ਤੇ ਜਾਏ ਗੁਮਾਨ, ਤੇ ਜਿਹੜਾ ਮਨ ਵਿੱਚ ਗੁਮਾਨ ਹੈ ਨਾ, ਉਹ ਗੁਮਾਨ ਚਲਾ ਜਾਏਗਾ। ਉਹ ਵੀ ਮੈਲ ਹੀ ਹੈ, ਉਹ ਮੁੱਕ ਜਾਏਗੀ। ਫਿਰ ਕਾਮ ਕ੍ਰੋਧ ਨਾ ਮੋਹੀ ਹੈ। ਫਿਰ ਨਾ ਤੇ ਤੈਨੂੰ ਕਾਮ ਮੋਹੇਗਾ, ਨਾ ਹੀ ਤੂੰ ਕ੍ਰੋਧ ਵਿੱਚ ਖਚਤ ਹੋਏਗਾ, ਔਰ ਬਿਨ ਸਹਿ ਲੋਭ ਸੁਆਨ ਦੂਰ ਹੋ ਜਾਂਦਾ ਹੈ। ਲੋਭ ਦਾ ਜਿਹੜਾ ਕੂਕਰ ਹੈ, ਸੁਆਨ ਹੈ, ਸੁਆਨ ਮਤਲਬ ਕੁੱਤਾ, ਜਿਹੜਾ ਅੰਦਰ ਨਿਤ ਪ੍ਰਤੀ ਲੋਭ ਦਾ ਕੁੱਤਾ ਬੈਠਾ ਭੌਂਕਦਾ ਹੈ, ਉਹ ਲੋਭ ਦਾ ਕੁੱਤਾ ਵੀ ਦੂਰ ਚਲਾ ਜਾਏਗਾ। ਕਿਉਂਕਿ ਜਦੋਂ ਇੱਥੇ ਆਪਾਂ ਸਾਹਿਬ ਨੇ ਸਵਾਨ ਲਫ਼ਜ਼ ਵਰਤਿਆ, ਕੂਕਰ ਲਫ਼ਜ਼ ਵਰਤਿਆ, ਕੁੱਤੇ ਨੂੰ ਜਿੰਨਾ ਮਰਜ਼ੀ ਭੋਜਨ ਪਾ ਦਿਓ, ਉਹਦੀ ਦ੍ਰਿਸ਼ਟੀ ਕਿੱਥੇ ਹੈ? ਫਿਰ ਭੋਜਨ ਵਿੱਚ ਹੀ ਹੈ। ਲੋਭ ਹੈ ਨਾ ਅੰਦਰ। ਇਸੇ ਕਰਕੇ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਜਿੱਥੇ ਬਾਬਾ ਕਬੀਰ ਜੀ ਨੇ ਇੱਕ ਕੂਕਰ ਦੀ ਗੱਲ ਕੀਤੀ ਤੇ ਕਹਿੰਦੇ ਬੜਾ ਐ ਮਟਕ ਮਟਕ ਕੇ ਤੁਰਦਾ। ਸੁਰਹਾ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। ਉਹ ਪਾਵਨ ਸ਼ਬਦ ਜਦੋਂ ਪੜ੍ਹਦੇ ਆ ਨਾ, ਤੇ ਉੱਥੇ ਬਾਬਾ ਕਬੀਰ ਜੀ ਲਿਖਦੇ ਆ, ਬਚਨ ਉਚਾਰਦੇ ਆ, ਆਖਦੇ ਕਹਿੰਦੇ ਛੀਕੇ ਪਰ ਤੇਰੀ ਬਹੁਤ ਦੀਠ। ਹਟਦਾ ਨਹੀਂ ਏ ਵੀ ਤੇਰੀ, ਕਹਿੰਦੇ ਉਸ ਛਿੱਕੇ ਤੇ ਅਜੇ ਵੀ ਨਜ਼ਰ ਹੈ। ਜਿਹੜਾ ਭੋਜਨ ਮੈਂ ਆਪਣੇ ਵਾਸਤੇ ਰੱਖਿਆ ਨਾ, ਤੂੰ ਉੱਥੇ ਵੀ ਨਜ਼ਰ ਰੱਖ ਕੇ ਬੈਠਾ। ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕੜੀ ਸੋਟਾ ਪਰੈ ਤੇਰੀ ਪੀਠ। ਕਿਤੇ ਇਹ ਨਾ ਹੋਵੇ
ਵੀ ਮੈਨੂੰ ਗੁੱਸਾ ਆ ਜਾਏ ਤੇ ਮੈਂ ਲਿਆ ਕੇ ਸੋਟਾ ਤੇਰੀ ਲੱਕ 'ਚ ਮਾਰਾਂ। ਉੱਥੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾ ਲੈ ਜਾਏ। ਬੜੀ ਮਾੜੀ ਹਾਲਤ ਤੇਰੀ, ਲੋਭ ਹੈ ਨਾ ਅੰਦਰ। ਉਹ ਕਹਿੰਦੇ ਮੰਨ ਲਿਆ ਵੀ ਤੂੰ ਚੱਕੀ ਚੱਟ ਲਈ, ਆਟਾ ਵੀ ਖਾ ਲਿਆ, ਉਹ ਫਿਰ ਉਹ ਤੇ ਛੱਡ ਦੇ, ਉਹ ਕੱਪੜਾ ਤੇ ਛੱਡ ਦੇ, ਜਿਸ ਕੱਪੜੇ ਨਾਲ ਚੱਕੀ ਸਾਫ਼ ਕਰ ਤੂੰ ਉਹ ਵੀ ਲਈ ਫਿਰਦਾ, ਉਹਨੂੰ ਤੇ ਛੱਡ ਜਾ। ਪਰ ਉਹ ਜਿਹੜਾ ਲੋਭ ਹੈ ਉਹ ਕਿੱਥੇ ਛੱਡਦਾ। ਉੱਥੇ ਤੇ ਬਾਬਾ ਕਬੀਰ ਜੀ ਨੇ ਕੁੱਕਰ ਦੀ ਗੱਲ ਕੀਤੀ, ਉਦਾਹਰਨ ਉਹਨਾਂ ਨੇ ਭਾਵੇਂ ਕੁੱਤੇ ਦੀ ਦਿੱਤੀ ਹੈ, ਪਰ ਗੱਲ ਤੇ ਉਹ ਸਾਡੇ ਮਨਾਂ ਦੀ ਕਰਦੇ ਨੇ ਨਾ, ਵੀ ਆਹ ਹਾਲਤ, ਆਹ ਸਿਚੁਏਸ਼ਨ ਸਾਡੇ ਮਨਾਂ ਦੀ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਜਦੋਂ ਜਨਮਾਂ ਕਰਮਾਂ ਦੀ ਮੈਲ ਲੱਥ ਜੇਗੀ ਨਾ, ਬਿਨ ਸਹਿ ਲੋਭ ਸੁਆਨ, ਤੇਰੇ ਲੋਭ ਦਾ ਜਿਹੜਾ ਅੰਦਰ ਕੁੱਕਰ ਬੈਠਾ ਨਾ, ਜਿਹਨੂੰ ਆਪਾਂ ਸਤਿਗੁਰੂ ਜੀ ਕੀ ਜਦੋਂ ਬਾਣੀ ਪੜ੍ਹਦੇ ਮਾਲਕ ਜੀ ਸ਼੍ਰੀ ਰਾਗ ਚਾਖਦੇ, ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਅੰਦਰ ਬੈਠੇ ਨੇ ਇਹ ਲੋਭ ਦਾ ਕੁੱਤਾ ਅੰਦਰ ਬੈਠਾ, ਈਰਖਾ ਰੂਪੀ ਜਿਹੜੀ ਸੁਆਨੀ ਉਹ ਵੀ ਅੰਦਰ ਬੈਠੀ, ਦੁਵੈਤ ਰੂਪ ਦੁਬਦਾ ਰੂਪੀ ਸੁਆਨੀ ਅੰਦਰ ਬੈਠੀ ਹੋਈ। ਇਹ ਕਿੱਥੇ ਟਿਕਣ ਦਿੰਦੀਆਂ ਇਨਸਾਨ ਨੂੰ। ਭਲਕੇ ਭੌਂਕੈ ਰੋਜ਼ ਨਿਤਾ ਪ੍ਰਤੀ, ਭਲਕੇ ਮਤਲਬ ਕੱਲ ਨੂੰ ਫੇਰ ਭੌਂਕ ਪੈਣਾ ਇਹਨਾਂ ਨੇ, ਕੱਲ ਦੀ ਛੱਡੋ, ਸਵੇਰੇ ਪੇਟ ਭਰਿਆ, ਦੁਪਹਿਰ ਹੁੰਦਿਆਂ ਅੰਦਰੋਂ ਫੇਰ ਕੁੱਕਰ ਬੋਲ ਹੀ ਉੱਠਦਾ, ਲਿਆਓ ਭੋਜਨ। ਬਿਨਸਦਾ ਥੋੜੀ ਹੈ। ਸਾਹਿਬ ਕਹਿੰਦੇ ਕਰਮਾਂ ਤੋਂ ਛੁਟਕਾਰਾ ਕਰਵਾਉਣਾ ਤੇ ਫਿਰ ਇੱਕ ਤਰੀਕਾ ਵਰਤ, ਉਹ ਤਰੀਕਾ ਕੀ ਹੈ? ਅਕਾਲ ਪੁਰਖ ਪਰਮੇਸ਼ਵਰ ਜੀ ਦਾ ਨਾਮ ਜਪਿਆ ਕਰ ਤੇ ਜਪਾਇਆ ਕਰ, ਤਾਂ ਜੋ ਤੇਰੇ ਜਨਮਾਂ ਕਰਮਾਂ ਦੀ ਮੈਲ ਲੱਥੇ ਤੇ ਤੇਰੇ ਅੰਦਰੋਂ ਕਾਮ ਕ੍ਰੋਧ ਔਰ ਲੋਭ ਰੂਪੀ ਸਵਾਨ ਬਿਨ ਸਜਾਵੇ। ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ, 8 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤੀ ਗਾਉਂਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਟਕਪੂਰੇ ਪਹੁੰਚਦੇ, ਜਦੋਂ ਮਾਲਕ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਹੁੰਦਿਆਂ ਹੋਇਆਂ, ਆਲਮਗੀਰ ਸਾਹਿਬ, ਇਹਨਾਂ ਸਾਰੇ ਇਲਾਕਿਆਂ 'ਚ ਜਦੋਂ ਕੋਟਕਪੂਰੇ ਪਹੁੰਚਦੇ ਤੇ ਉੱਥੇ ਕਪੂਰੇ ਨੂੰ ਕਪੂਰ ਸਿੰਘ ਬਣਾਉਂਦੇ। ਪਰ ਜਦੋਂ ਖਬਰ ਮਿਲਦੀ ਵੀ ਪਿੱਛੇ ਸ਼ਾਹੀ ਫੌਜ ਔਰ ਵਜ਼ੀਦ ਖਾਂ ਆ ਰਿਹਾ, ਸਤਿਗੁਰੂ ਜੀ ਨੇ ਕਪੂਰ ਸਿੰਘ ਦੇ ਕੋਲੋਂ ਉਹਦੀ ਹਵੇਲੀ ਮੰਗੀ, ਉਹਦਾ ਕਿਲਾ ਮੰਗਿਆ ਵੀ ਤੂੰ ਛੱਡ ਤੇ ਅਸੀਂ ਜੰਗ ਕਰੀਏ। ਉਹਨੇ ਨਾ ਨੁੱਕਰ ਜੀ ਕੀਤੀ, ਟਾਲ ਮਟੋਲ ਕੀਤੀ ਤੇ ਸਤਿਗੁਰੂ ਉੱਥੋਂ ਚੱਲ ਪਏ। ਮਾਲਕ ਪਾਤਸ਼ਾਹ ਜੀ ਖਿਦਰਾਣੇ ਦੀ ਢਾਬ ਪਹੁੰਚਦੇ ਨੇ। ਜਦੋਂ ਖਿਦਰਾਣੇ ਦੀ ਢਾਬ ਦਾ ਆਪਾਂ ਪਿਛੋਕੜ ਪੜਾਂਗੇ ਨਾ, ਇਹ 3 ਭਰਾ ਨੇ, ਖਿਦਰਾਣਾ, ਧਿੰਗਾਣਾ, ਇਹਨਾਂ ਦੇ 3 ਦੀਆਂ ਢਾਬਾਂ ਨੇ। ਕਿਉਂਕਿ ਇਹ ਇਲਾਕਾ ਜਿਹੜਾ ਨਾ, ਇਹ ਰਾਜਸਥਾਨ ਦਾ ਇਲਾਕਾ ਮੰਨਿਆ ਜਾਂਦਾ ਸੀ ਉਹਨਾਂ ਵੇਲਿਆਂ ਵਿੱਚ, ਪਾਣੀ ਦੀ ਬਹੁਤ ਇੱਥੇ ਕਮੀ ਸੀ। ਇਹਨਾਂ 3 ਭਰਾਵਾਂ ਨੇ ਆਪਣਾ ਵੱਖਰਾ ਵੱਖਰਾ ਇਲਾਕਾ ਵਸਾਇਆ ਹੋਇਆ, ਤੇ ਪਾਣੀ ਦੀ ਕਿੱਲਤ ਹੋਣ ਕਰਕੇ ਮੁਸ਼ਕਲ ਸਾਰਿਆਂ ਨੂੰ ਹੀ, 3 ਨੂੰ ਹੀ ਮੁਸ਼ਕਲ ਹੈ, ਇਹ ਨਹੀਂ ਵੀ ਇੱਕ ਨੂੰ ਹੀ ਹੈ, 3 ਨੂੰ ਹੀ ਔਖਿਆਈ ਹੈ। ਇਹਨਾਂ ਕੀ ਕੀਤਾ? ਢਾਬਾਂ ਬਣਾ ਲਈਆਂ। ਉਹ ਜਿਹੜੀਆਂ ਢਾਬਾਂ ਬਣਾਈਆਂ ਇਹਨਾਂ ਨੇ, ਹੁਣ ਜਦੋਂ ਵਰਖਾ ਹੁੰਦੀ ਨਾ, ਵਰਖਾ ਦਾ ਪਾਣੀ ਉਹਦੇ ਵਿੱਚ ਸਟੋਰ ਕਰ ਲੈਂਦੇ, ਜੋੜ ਲੈਂਦੇ,
ਫਿਰ ਉੱਥੇ ਜਦੋਂ ਪਾਣੀ ਦੀ ਕਮੀ ਨਜ਼ਰ ਆਉਣੀ ਤੇ ਪਸ਼ੂਆਂ ਨੇ ਪੰਛੀਆਂ ਨੇ ਉਹ ਇਕੱਠੇ ਕੀਤੇ ਹੋਏ ਪਾਣੀ ਤੇ ਆ ਕੇ ਤੇ ਉਹਨਾਂ ਬੜਾ ਇਕੱਠ ਹੋ ਜਾਣਾ ਉੱਥੇ। ਤੇ ਉਹ ਢਾਬ ਬਣਾਉਣ, ਮਤਲਬ ਜਿਹਨੂੰ ਆਪਾਂ ਸੌਖੇ ਜਿਹੇ ਰੂਪ ਚ ਕਹਿ ਸਕਦੇ ਹਾਂ ਵੀ ਇੱਕ ਬੜਾ ਵੱਡਾ ਉਹਨਾਂ ਨੇ ਅਸਥਾਨ ਬਣਾਇਆ, ਮਿੱਟੀ ਪੱਟ ਪੱਟ ਕੇ ਡੂੰਘਾ ਕੀਤਾ ਹੋਇਆ ਤੇ ਉੱਥੇ ਪਾਣੀ ਸਟੋਰ ਕੀਤਾ ਹੋਇਆ। ਸਤਿਗੁਰੂ ਜੀ ਉੱਥੇ ਪਹੁੰਚਦੇ ਨੇ। ਤੇ ਢਾਬ ਦੇ ਲਾਗੇ ਦਾਨ ਸਿੰਘ ਜੀ ਨੇ ਨਾ, ਭਾਈ ਦਾਨ ਸਿੰਘ, ਜਿਹਨੂੰ ਕਦੇ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਬਚਨ ਕਹਿੰਦੇ ਆਖਦੇ ਵੀ ਮਾਲਵੇ ਦੀ ਸਿੱਖੀ ਤੂੰ ਬਚਾਈ। ਉਹ ਭਾਈ ਦਾਨ ਸਿੰਘ ਫਿਰ ਗੁਰੂ ਸਾਹਿਬ ਨੂੰ ਆਖਦੇ ਵੀ ਮਾਲਕ ਜੀ ਆਪਾਂ ਇੱਥੇ ਹੀ ਟਿਕਾਣਾ ਕਰੀਏ, ਵੀ ਇਹਨਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਬਹੁਤ ਹੈ ਤੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਵੀ ਪੈਣੀ ਹੈ, ਜੰਗ ਦੇ ਵਿੱਚ ਪਾਣੀ ਦੀ ਲੋੜ ਵੀ ਪਏਗੀ। ਆਪਣੇ ਜਾਨਵਰਾਂ ਨੂੰ, ਔਰ ਜਿਹੜੀ ਸ਼ਾਹੀ ਫੌਜ ਨੇ ਚੜ੍ਹ ਕੇ ਆਉਣਾ ਹੈ ਨਾ, ਉਹ ਸ਼ਾਹੀ ਫੌਜ ਨੂੰ ਪਾਣੀ ਦਾ ਪ੍ਰਬੰਧ ਕਿਤੋਂ ਨਹੀਂ ਮਿਲਣਾ ਤੇ ਉਹ ਪਿੱਛੇ ਮੁੜ ਜਾਏਗੀ ਜਾਂ ਬਿਨਾਂ ਪਾਣੀ ਤੋਂ ਮਾਰੀ ਜਾਏਗੀ। ਜਿਸ ਕਰਕੇ ਸਤਿਗੁਰੂ ਜੀ ਨੇ ਢਾਬ ਤੇ ਜਾ ਕੇ, ਉੱਚੇ ਥਾਂ ਤੇ ਜਾ ਕੇ ਆਪਣਾ ਟਿਕਾਣਾ ਕਰ ਲਿਆ। ਜਦੋਂ ਸਾਹਿਬ ਨੇ ਟਿਕਾਣਾ ਕੀਤਾ ਤੇ ਫਿਰ ਉਧਰੋਂ ਜਿਹੜੀ ਸ਼ਾਹੀ ਫੌਜ ਵਜ਼ੀਦ ਖਾਂ ਲੈ ਕੇ ਆ ਰਿਹਾ ਉਹ ਪਹੁੰਚ ਗਈ। ਉੱਥੇ ਸਤਿਗੁਰੂ ਪਾਤਸ਼ਾਹ ਜੀ ਕੋਲ ਉਹ ਸਿੱਖ ਵੀ ਆਉਂਦੇ ਨੇ ਜਿਨ੍ਹਾਂ ਨੇ ਕਦੇ ਬੇਦਾਵਾ ਲਿਖ ਕੇ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਆਖਿਆ ਸੀ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਉਹ ਵੀ ਪਹੁੰਚੇ। ਉਹਨਾਂ ਨੇ ਆਪਣੇ ਕੀਤੇ ਕਰਮ ਤੋਂ ਛੁਟਕਾਰਾ ਪਾਉਣਾ, ਐਵੇਂ ਨਹੀਂ ਮੈਲ ਲੱਥ ਦੀ ਪਛਤਾਵਾ ਕਰਨਾ ਪੈਂਦਾ। ਜੇ ਤੇ ਬੇਦਾਵੇ ਦੇ ਵਿੱਚ ਹੀ ਜ਼ਿੰਦਗੀ ਗੁਜ਼ਰ ਜਾਂਦੀ, ਇੱਕ ਕਰਮ ਮੱਥੇ ਦਾ ਬਣ ਜਾਣਾ ਸੀ। ਹੁਣ ਇੱਥੇ ਮੈਂ ਦੋ ਪੱਖ ਰੱਖਣ ਲੱਗਿਆ, ਇੱਕ ਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਦੂਜਾ ਕਰਮਾਂ ਤੋਂ ਛੁਟਕਾਰਾ ਕਿਵੇਂ ਹੁੰਦਾ। ਹੁਣ ਕਰਮ ਤੇ ਕਮਾ ਲਿਆ ਸੀ, ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਤਾ ਵੀ ਸਾਹਿਬ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ, ਤੁਸੀਂ ਆਪਣੇ ਰਾਹ ਤੇ ਅਸੀਂ ਆਪਣੇ ਰਾਹ। ਗੁਰੂ ਬਾਬਾ ਜੀ ਵੀ ਵੇਖੋ ਨਾ, ਕਿੰਨੇ ਮੁਸ਼ਕਲ ਭਰੇ ਸਮਿਆਂ ਚੋਂ ਸਤਿਗੁਰੂ ਜੀ ਗੁਜ਼ਰੇ, ਪਰ ਹਰ ਚੀਜ਼ ਮਾਲਕ ਸਾਹਿਬ ਜੀ ਨੇ ਤਿਆਗਤੀ, ਹਰ ਵਸਤੂ ਤਿਆਗ, ਪਰ ਉਹ ਲਿਖਿਆ ਬੇਦਾਵਾ ਗੁਰੂ ਸਾਹਿਬ ਦੇ ਕੋਲ ਰਿਹਾ। ਸਰਸਾ ਨਦੀ ਵਿੱਚੋਂ ਲੰਘਣਾ, ਚਮਕੌਰ ਦੀ ਗੜੀ ਵਿੱਚੋਂ ਲੰਘਣਾ, ਮਾਛੀਵਾੜੇ ਦੇ ਜੰਗਲਾਂ ਵਿੱਚੋਂ ਗੁਜ਼ਰ ਕੇ ਆਉਣਾ, ਉਹ ਸਾਰੇ ਹਾਲਾਤਾਂ ਨੂੰ ਸਾਹਿਬ ਨੇ ਤਨ ਤੇ ਹਨ, ਪਰ ਬੇਦਾਵਾ ਕੋਲੇ ਹੀ ਹੈ। ਔਰ ਜਦੋਂ ਉਹ ਫੌਜ ਆ ਰਹੀ ਹੈ ਨਾ, ਤੇ ਭਾਈ ਦਾਨ ਸਿੰਘ ਜੀ ਨੇ ਨਾ ਗੁਰੂ ਸਾਹਿਬ ਨੂੰ ਆਖਿਆ ਸੀ, ਸਤਿਗੁਰੂ ਨੂੰ ਕਹਿੰਦਾ ਵੀ ਮਾਲਕ ਜੀ ਉਹ ਫੌਜ ਚੜ੍ਹ ਕੇ ਆ ਰਹੀ ਹੈ, ਥੋੜੀ ਦੂਰੀ ਤੇ ਹੈ, ਇੱਥੋਂ ਖਿਦਰਾਣੇ ਦੀ ਢਾਬ ਅਜੇ 2 ਕੋਹ ਤੇ ਹੈ। ਤੇ ਸਤਿਗੁਰੂ ਨੇ ਜਵਾਬ ਪਤਾ ਕੀ ਦਿੱਤਾ ਸੀ, ਰੋਕਣ ਵਾਲਿਆਂ ਫੌਜ ਰੋਕ ਲੈਣੀ। ਮਤਲਬ ਬਾਪੂ ਜੀ ਜਾਣਦੇ ਸੀ ਵੀ ਮਗਰ ਤੁਰੇ ਆਉਂਦੇ, ਉਹਨਾਂ ਰੋਕ ਹੀ ਲੈਣੀ। ਸਤਿਗੁਰੂ ਪਾਤਸ਼ਾਹ ਪੈਂਡਾ ਤੈਅ ਕਰਕੇ ਜਿੰਨਾ ਖਿਦਰਾਣੇ ਦੀ ਢਾਬ ਤੇ ਪਹੁੰਚਦੇ, ਉਧਰੋਂ ਉਹ ਜਿਹੜੇ 40 ਚੱਲ ਕੇ ਆਏ ਨੇ ਨਾ, ਉਹਨਾਂ ਨੇ ਫੌਜ ਰੋਕੀ ਹੋਈ ਹੈ। ਔਰ ਉਹ ਤਰਕੀਬ ਨਾਲ ਬੈਠੇ ਹੋਏ, ਉਹਨਾਂ ਨੇ ਹੁਣ ਹੈ ਤੇ 40 ਹੋਈ, ਪਰ 40 ਨੂੰ ਬਹੁਤਿਆਂ ਦਰਸਾਉਣ ਵਾਸਤੇ ਨਾ ਉਹਨਾਂ ਨੇ ਆਪਣੇ ਵਸਤਰ ਰੁੱਖਾਂ ਤੇ, ਝਾੜੀਆਂ ਤੇ ਟੰਗ ਤੇ, ਤਾਂ ਜੋ ਜਿਹੜੀ ਫੌਜ ਆਈ ਹੈ ਉਹਨਾਂ ਨੂੰ ਇਹ ਲੱਗੇ ਵੀ ਸਿੱਖ ਬਹੁ ਗਿਣਤੀ ਵਿੱਚ ਨੇ, ਇਹ ਤੇ ਤੰਬੂ ਬੜੀ ਦੂਰ ਤੱਕ ਲਾਈ ਬੈਠੇ।
ਬਹੁਤਾਤ ਜਦੋਂ ਆਪਾਂ ਜੰਗਾਂ ਦਾ ਇਤਿਹਾਸ ਪੜਾਂਗੇ ਤੇ ਸਿੱਖ ਅਗਾਂਹ ਚੱਲ ਕੇ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਰਹੇ। ਇਸ ਤਰਕੀਬ ਦੀ ਆਪਣੇ ਵਸਤਰ ਟੰਗ ਦੇਣੇ ਝਾੜੀਆਂ ਦੇ ਉੱਤੇ, ਤੇ ਉਹ ਜਦੋਂ ਵਸਤਰ ਟੰਗੇ ਹੋਏ ਵੇਖਣੇ ਦੂਰੋਂ ਤੇ ਨਜ਼ਰੀ ਕੀ ਪੈਣਾ ਵੀ ਤੰਬੂ ਲੱਗੇ। ਉਹਨਾਂ ਨੇ ਆਪਣਾ ਆਪਾ ਓਟ ਲੈ ਕੇ, ਜਦੋਂ ਕਿਉਂਕਿ ਜੰਗ ਹੈ ਹੁਣ, ਜੰਗ ਦੇ ਵਿੱਚ ਤੇ ਘਾਤ ਲਾ ਕੇ ਹੀ ਮਾਰਨਾ ਪਏਗਾ, ਸੁਭਾਵਿਕ ਜਿਹੀ ਬਾਤ ਹੈ। ਜਦੋਂ ਫੌਜ ਅੱਗੇ ਵਧੀ, ਸਿੱਖਾਂ ਨੇ ਜਦੋਂ ਬੰਦੂਕਾਂ 'ਚੋਂ ਗੋਲੀਆਂ ਚਲਾਈਆਂ ਨਾ, ਉਹਨਾਂ ਗੋਲੀਆਂ ਨਾਲ ਇੱਕੋ ਵਾਰੀ ਉਹਨਾਂ ਨੇ ਹੁਣ 40 ਬੰਦੂਕਾਂ ਚੱਲਣੀਆਂ, ਸੁਭਾਵਿਕ ਜਿਹੀ ਗੱਲ ਹੈ 40 ਦੇ ਢੇਰ ਹੋਣਗੇ। ਉਹ ਜਦੋਂ 40-50 ਢੇਰ ਹੋਏ, ਉਹਨਾਂ ਨੂੰ ਖੌਫ ਪੈ ਗਿਆ ਵੀ ਸਿੱਖ ਤੇ ਬੜੀ ਦੂਰ ਤੱਕ ਬੈਠੇ, ਡਰ ਪੈ ਗਿਆ, ਰੁਕ ਗਈ ਫੌਜ। ਉਹਨਾਂ ਨੇ ਆਪਣੀ ਵਾਹ ਲਾਈ ਉੱਥੇ, ਗੁਰੂ ਕਿਆਂ ਸਿੱਖਾਂ ਨੇ ਜੂਝੇ ਜੰਗ ਦੇ ਮੈਦਾਨ ਵਿੱਚ, ਸਿਰਫ ਆਪਣੇ ਲਿਖੇ ਹੋਏ ਬੇਦਾਵੇ ਨੂੰ ਬਖਸ਼ਾਉਣ ਵਾਸਤੇ। ਨਹੀਂ ਤੇ ਸਾਹਿਬ ਦੇ ਕੋਲ ਰਹਿ ਕੇ ਵੀ ਉਹ ਮਾਲਕ ਪਾਤਸ਼ਾਹ ਦੇ ਕੋਲ ਖੜੋ, ਜਦੋਂ ਸਤਿਗੁਰੂ ਜੀ ਢਾਬ ਤੇ ਪਹੁੰਚੇ, ਉਹ ਮਾਲਕ ਕੋਲ ਢਾਬ ਤੇ ਜਾ ਕੇ ਪਹਿਲੋਂ ਬਖਸ਼ਾ ਕੇ ਆਪਣਾ ਆਪਾ, ਤੇ ਫਿਰ ਸਾਹਿਬ ਨਾਲ ਹੋ ਕੇ ਜੰਗ ਕਰਦੇ, ਜਾਂ ਜਿਵੇਂ ਸਮਾਂ ਬਣਦਾ ਉਸ ਸਮੇਂ ਅਨੁਸਾਰੀ ਰਹਿੰਦੇ। ਪਰ ਉਹਨਾਂ ਨੂੰ ਹੁਣ ਮਨ ਅੰਦਰ ਇਹ ਪਛਤਾਵਾ ਵੀ ਹੈ ਭਾਈ ਮਹਾਂ ਸਿੰਘ ਹੁਣਾਂ ਜੀ ਨੂੰ, ਵੀ ਅਸੀਂ ਜਿਹੜਾ ਕਰਮ ਕਮਾਇਆ ਉਹਦਾ ਛੁਟਕਾਰਾ ਐਵੇਂ ਨਹੀਂ ਹੋਣਾ। ਕਿਉਂਕਿ ਬਾਪੂ ਨੇ, ਪਰ ਇੱਕ ਇਹ ਵੀ ਆਸ ਹੈ, ਅਸੀਂ ਕਹਿ ਕੇ ਆਏ ਆ, ਪਿਓ ਨੇ ਥੋੜੀ ਕਿਹਾ ਸੀ ਵੀ ਤੂੰ ਮੇਰਾ ਪੁੱਤਰ ਨਹੀਂ ਹੈ, ਗੁਰੂ ਨੇ ਥੋੜੀ ਕਿਹਾ ਸੀ ਵੀ ਤੂੰ ਮੇਰਾ ਸਿੱਖ, ਮੈਂ ਹੀ ਕਹਿ ਕੇ ਆਇਆ ਵੀ ਅਸੀਂ ਤੇਰੇ ਸਿੱਖ ਨਹੀਂ। ਗੁਰੂ ਨੇ ਨਹੀਂ ਕਿਹਾ ਵੀ ਤੂੰ ਸਾਡਾ ਸਿੱਖ ਨਹੀਂ ਹੈ। ਹੁਣ ਸਤਿਗੁਰੂ ਵੀ ਤੇ ਕਿਤੇ ਨਾ ਕਿਤੇ ਜਾ ਕੇ ਨਾ, ਜਦੋਂ ਇਤਿਹਾਸ ਪੜ੍ਹਦੇ ਆ ਤੇ ਵਾਕਈ ਮਹਿਸੂਸ ਹੁੰਦਾ ਵੀ ਗੁਰੂ ਕਲਗੀਧਰ ਸਾਹਿਬ ਨੇ ਪੁੱਤਰਾਂ ਵਾਂਗੂ ਪਾਲਿਆ ਸਾਨੂੰ। ਪੁੱਤਰ ਕ੍ਰੋਧ ਵਿੱਚ ਆ ਕੇ ਬਹੁਤ ਕੁਝ ਬੋਲ ਜਾਂਦਾ, ਜਿਵੇਂ ਆਪਾਂ ਉਹ ਭਗਤ ਕਬੀਰ ਸਾਹਿਬ ਜੀ ਦਾ ਬਚਨ ਪੜ੍ਹ ਕੇ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਪੀ ਚੀਤ ਨਾ ਰੱਖ ਸਮਾਇਆ। ਉਹ ਕਿੱਥੇ ਚੇਤੇ ਰੱਖਦੇ? ਹੁਣ ਬਾਤ ਤੇ ਸੋਚਣ ਵਾਲੀ ਹੈ ਵੀ ਜੇ ਸਤਿਗੁਰੂ ਪਾਤਸ਼ਾਹ ਜੀ ਕੋਲ ਭਾਈ ਮਹਾਂ ਸਿੰਘ ਆਏ, ਮਾਲਕ ਪਾਤਸ਼ਾਹ ਉਹੀ ਚੇਤੇ ਕਰਕੇ ਕਹਿੰਦੇ ਵੀ ਚੱਲ ਮਹਾਂ ਸਿੰਘ ਜੀ, ਜਿੱਧਰੋਂ ਆਏ ਉਧਰ ਜਾਓ, ਸਾਨੂੰ ਲੋੜ ਨਹੀਂ ਤੁਹਾਡੀ। ਨਹੀਂ, ਤਾਂ ਵੀ ਚੀਤ ਨਾ ਰੱਖ ਸਮਾਇਆ। ਉਹਨੂੰ ਪਤਾ ਵੀ ਮੇਰੇ ਨੇ, ਗੁਰੂ ਸਾਹਿਬ ਜਾਣਦੇ ਵੀ ਮੇਰੇ ਨੇ, ਜਾਣਾ ਕਿੱਥੇ ਇਹਨਾਂ ਨੇ। ਔਰ ਜਦੋਂ ਆ ਕੇ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਜੂਝ ਕੇ, ਜੰਗ ਦੇ ਮੈਦਾਨ ਅੰਦਰ ਜੂਝਦਿਆਂ ਹੋਇਆਂ ਉੱਥੇ ਸ਼ਹਾਦਤਾਂ ਦੇ ਜਾਮ ਪੀਤੇ, ਜਾਂ ਸ਼ਹਾਦਤਾਂ ਦੇ ਜਾਮ ਪੀਂਦਿਆਂ ਆਪਣਾ ਆਪਾ ਗੁਰੂ ਸਾਹਿਬ ਤੋਂ ਕੁਰਬਾਨ ਕੀਤਾ, ਗੁਰੂ ਸਾਹਿਬ ਤੋਂ ਆਪਣਾ ਆਪਾ ਵਾਰਿਆ। ਜਿਹੜੇ ਸੋਚ ਇਹ ਲੈ ਕੇ ਆਏ ਸਨ ਕਿ ਅਸੀਂ ਗੁਰੂ ਕਲਗੀਧਰ ਸਾਹਿਬ ਨੂੰ ਫੜ ਕੇ ਲੈ ਕੇ ਜਾਣਾ, ਉਹਨਾਂ ਦੀ ਇਸ ਸੋਚ ਨੂੰ ਨਾਕਾਮ ਕਰਦਿਆਂ ਤੇ ਆਪਣੀ ਸੋਚ ਉਹਨਾਂ ਨੂੰ ਦੱਸਣੀ ਵੀ ਕਲਗੀਧਰ ਸਾਹਿਬ ਨੂੰ ਫੜਨਾ ਤੇ ਦੂਰ ਦੀ ਗੱਲ, ਜਿੰਨਾ ਚਿਰ ਸਾਡੀਆਂ ਦੇਹਾਂ ਵਿੱਚ ਸਾਹ ਚੱਲਦੇ ਤੁਸੀਂ ਕਲਗੀਧਰ ਦੀ ਹਵਾ ਵੱਲ ਵੀ ਨਹੀਂ ਵੇਖ ਸਕਦੇ। ਉੱਥੇ ਜੰਗ ਦੇ ਮੈਦਾਨ ਵਿੱਚ ਜੂਝੇ ਸਿੱਖ, ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਸ਼ਹੀਦੀ ਜਾਮ ਪੀਤੇ। ਜੰਗ ਲਮੇਰੀ ਚੱਲੀ ਤੇ ਪਾਣੀ ਦੀ ਕਿੱਲਤ ਹੋਣ ਕਰਕੇ ਫਿਰ ਵਜ਼ੀਦ ਖਾਂ ਆਪਣੀ ਫੌਜ ਲੈ ਪਿੱਛੇ ਮੁੜ ਜਾਂਦਾ ਹੈ, ਦੌੜ ਜਾਂਦਾ ਹੈ, ਕਿਉਂਕਿ ਨੁਕਸਾਨ ਵੀ ਬਹੁਤ, ਜਾਨੀ ਨੁਕਸਾਨ ਵੀ ਬਹੁਤ ਹੋਇਆ, ਮਾਲੀ ਨੁਕਸਾਨ ਵੀ ਹੋਇਆ, ਔਰ ਨਜ਼ਰੀ ਵੀ ਪੈ ਗਿਆ ਵੀ ਇੱਥੇ ਜੰਗ ਜਿੱਤਣਾ ਮੇਰੇ ਵੱਸ ਦੀ ਖੇਡ ਨਹੀਂ, ਵੀ ਜੰਗ ਮੈਂ ਹਾਰਿਆ ਹਾਂ। ਉੱਥੋਂ ਚਲੇ ਜਾਂਦਾ, ਉਹ ਜਾਨ ਬਚਾ ਕੇ ਦੌੜਦਾ। ਬਾਪੂ ਗੁਰੂ ਕਲਗੀਧਰ ਸਾਹਿਬ ਫਿਰ ਜੰਗ ਵਿੱਚ ਜੂਝਣ ਵਾਲਿਆਂ ਕੋਲ ਆਪ ਚੱਲ ਕੇ ਜਾਂਦੇ, ਇੱਕ ਇੱਕ
ਕਦਮ ਉੱਤੇ ਗੁਰੂ ਸਾਹਿਬ ਨੇ ਜਦੋਂ ਵੇਖਿਆ ਨਾ ਸਿੱਖਾਂ ਦੀਆਂ ਦੇਹਾਂ ਨੂੰ ਪਿਆ, ਸਰੀਰਾਂ ਨੂੰ ਪਿਆ, ਤੇ ਮਾਲਕ ਪਾਤਸ਼ਾਹ ਕੋਲੋਂ ਖਿਤਾਬ ਦਿੰਦੇ, ਇਹ ਮੇਰਾ 5000 ਇਹ ਮੇਰਾ 10,000। ਸਤਿਗੁਰੂ ਨੇ ਕੋਲੋਂ ਖਿਤਾਬ ਦਿੱਤੇ ਤੇ ਭਾਈ ਮਹਾ ਸਿੰਘ ਕੋਲ ਬਾਪੂ ਪਹੁੰਚੇ। ਕਿਤੇ ਨਾ ਸੋਚੀਏ ਵੀ ਗੁਰੂ ਕਲਗੀਧਰ ਸਾਹਿਬ ਦੀ ਗੋਦ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ, ਤੇ ਉਹ ਸਹਿਕਦਾ ਹੋਏ ਭਾਈ ਮਹਾ ਸਿੰਘ, ਜਿਵੇਂ ਇਤਿਹਾਸਕਾਰ ਜ਼ਿਕਰ ਕਰਦੇ ਵੀ ਗੁਰੂ ਸਾਹਿਬ ਨੇ ਕੋਲੇ ਬਹਿ ਕੇ ਤੇ ਆਪਣੇ ਪੱਟ ਉੱਤੇ ਸੀਸ ਰੱਖਿਆ ਭਾਈ ਮਹਾ ਸਿੰਘ ਦਾ। ਔਰ ਸਤਿਗੁਰੂ ਜੀ ਸਵਾਲ ਕਰਦੇ ਵੀ ਮਹਾ ਸਿੰਘ ਮੰਗ ਕੀ ਮੰਗਦਾ, ਵੀ ਅੱਜ ਤੇਰੇ ਤੇ ਅਸੀਂ ਬਹੁਤ ਪ੍ਰਸੰਨ ਆ। ਜੇ ਕਿਤੇ ਬਾਪੂ ਨੇ ਕਿਹਾ ਹੁੰਦਾ ਵੀ ਤੂੰ ਮੈਂ ਤੁਹਾਡਾ ਗੁਰੂ ਨਹੀਂ ਤੇ ਤੂੰ ਸਿੱਖ ਨਹੀਂ, ਤੁਸੀਂ ਸਿੱਖ ਨਹੀਂ ਸਾਡੇ, ਤੇ ਗੁਰੂ ਸਾਹਿਬ ਲਾ ਲੈਂਦੇ ਆਪਣੇ ਗੱਲ ਨਾਲ। ਸਾਹਿਬ ਨੂੰ ਪਤਾ ਵੀ ਅੱਜ ਇਹ ਜੇ ਕਹਿ ਕੇ ਚੱਲੇ ਨੇ ਨਾ ਵੀ ਤੂੰ ਗੁਰੂ ਨਹੀਂ ਤੇ ਅਸੀਂ ਸਿੱਖ ਨਹੀਂ ਆ ਤੇਰੇ, ਤੇ ਇਹਨਾਂ ਨੇ ਪਰਤ ਕੇ ਵੀ ਆਉਣਾ। ਮਾਲਕ ਪਾਤਸ਼ਾਹ ਨੇ ਸੀਸ ਆਪਣੇ ਪੱਟ ਤੇ ਰੱਖ ਕੇ ਪੁੱਛਿਆ ਕੀ ਚਾਹੀਦਾ, ਜੇ ਆਖੋ ਜ਼ਿੰਦਗੀ ਬਖਸ਼ ਦਈਏ, ਧਨ ਚਾਹੀਦਾ, ਦੌਲਤ ਚਾਹੀਦੀ ਹੈ, ਜੋ ਚਾਹੀਦਾ ਅੱਜ ਮੰਗੋ। ਔਰ ਆਖਿਆ ਵੀ ਗੁਰੂ ਬਾਬਾ ਜੀ ਕਿਰਪਾ ਕਰੋ ਪਿਤਾ ਜੀ, ਗੁਰੂ ਪਿਤਾ ਜੀਓ, ਜੇ ਤਰੁੱਠੇ ਹੋ ਤੇ ਲਿਖਿਆ ਬੇਦਾਵਾ ਪਾੜ ਦਿਓ। ਤੇ ਉੱਥੇ ਸਾਹਿਬ ਨੇ ਨਾਲੇ ਤੇ ਮਹਾ ਸਿੰਘ ਨੂੰ ਆਖਿਆ ਵੀ ਮਾਝੇ ਦੀ ਸਿੱਖੀ ਦੀ ਜੜ ਤੂੰ ਬਚਾਈ ਹੈ, ਮਾਝੇ ਦੀ ਸਿੱਖੀ ਅੱਜ ਤੂੰ ਰੱਖੀ ਹੈ। ਤੇ ਨਾਲੇ ਸਾਹਿਬ ਉਸ ਬੇਦਾਵੇ ਨੂੰ ਕੱਢ ਕੇ ਤੇ ਉੱਥੇ ਮਹਾ ਸਿੰਘ ਦੇ ਸਾਹਮਣੇ ਪਾੜ ਦਿੰਦੇ। ਔਰ ਉਹਨਾਂ ਟੁੱਟਿਆਂ ਹੋਇਆਂ ਨੂੰ ਸਾਹਿਬ ਨੇ ਆਪਣੇ ਨਾਲ ਫਿਰ ਜੋੜਿਆ, ਫਿਰ ਮਿਲਾਇਆ। ਔਰ ਆਪਾਂ ਸਤਿਗੁਰੂ ਜੀ ਦੀ ਇੱਕ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਤ। ਮਾਲਕ ਨੇ ਤੇ ਟੁੱਟੀ ਗੰਢ ਲਈ, ਮਹਾ ਸਿੰਘ ਨੇ ਟੁੱਟੀ ਗੰਢਵਾ ਲਈ, ਬੇਦਾਵਾ ਪੜਵਾ ਲਿਆ। ਹੁਣ ਆਪਣੇ ਵੱਲ ਵੀ ਝਾਤ ਮਾਰ ਕੇ ਵੇਖੀਏ, ਉਹਨੇ ਤੇ ਇੱਕ ਲਿਖ ਕੇ ਦਿੱਤਾ ਹੀ, ਅਸੀਂ ਰੋਜ਼ ਬੇਦਾਵੇ ਲਿਖ ਕੇ ਦੇ ਰਹੇ। ਕਿੱਥੇ ਜਾ ਕੇ ਅਸੀਂ ਬੇਦਾਵੇ ਕਿੱਥੇ ਜਾ ਕੇ ਪੜ, ਜਿਹਦੇ ਕੋਲ ਅਸੀਂ ਇੱਕ ਵਾਰ ਨਹੀਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਅਸੀਂ ਬੇਦਾਵਾ ਲਿਖ ਕੇ ਦਿੰਨੇ ਆ, ਤੇ ਸਾਡਾ ਬੇਦਾਵਾ ਕਦੋਂ ਤੇ ਕਿਵੇਂ ਪਾਟੇਗਾ। ਉੱਥੇ ਤੇ ਸਾਹਿਬ ਨੇ ਉਹਨਾਂ ਨੂੰ ਖਿਤਾਬ ਦੇ ਦੇ ਕੇ ਨਵਾਜਿਆ, ਬੇਦਾਵਾ ਵੀ ਪਾੜਿਆ, ਤੇ ਉਹਨਾਂ ਨੂੰ 40 ਮੁਕਤੇ ਕਹਿ ਕੇ ਸਤਿਗੁਰੂ ਜੀ ਨੇ ਸੰਬੋਧਨ ਕੀਤਾ। ਉਹੀ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਬਣਦੀ ਹੈ। ਉੱਥੇ ਨਤਮਸਤਕ ਹੋਣ ਵਾਸਤੇ ਸਿੱਖ ਸੰਗਤਾਂ ਚੱਲ ਕੇ ਜਾਂਦੀਆਂ, ਨਮਸਕਾਰ ਕਰਦੀਆਂ, ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੀਆਂ ਸਿੱਖ ਸੰਗਤਾਂ। ਉੱਥੇ ਤੇ ਉਹਨਾਂ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰਕੇ ਆਪਣੇ ਲਿਖੇ ਬੇਦਾਵੇ ਤੋਂ ਆਪਣਾ ਛੁਟਕਾਰਾ ਕਰਵਾ ਲਿਆ। ਪਰ ਹੁਣ ਅਸੀਂ ਆਪਣੇ ਵੱਲ ਝਾਤ ਮਾਰ ਕੇ ਵੇਖੀਏ, ਸਾਡਾ ਛੁਟਕਾਰਾ ਕਿਵੇਂ ਹੋਏਗਾ। ਉਹ ਤੇ ਕਰਮ ਛੁਟਕਾ ਗਏ ਆਪਣੇ, ਉਹ ਤੇ ਸੱਚੇ ਮਾਰਗ ਤੇ ਤੁਰ ਪਏ, ਔਰ ਸੱਚੇ ਮਾਰਗ ਤੇ ਤੁਰਿਆ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤੀ ਗਾਉਂਦਾ ਹੈ ਅੱਜ। ਪਰ ਅਸੀਂ ਕਦੋਂ ਸੱਚੇ ਮਾਰਗ ਤੇ ਤੁਰਾਂਗੇ ਤੇ ਕਦੋਂ ਸਾਡੇ ਕਰਮ ਬਖਸ਼ੇ ਜਾਣਗੇ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 860 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜੀਵਾਂ ਉੱਤੇ ਦਇਆ ਕਰਨੀ ਬਕੀਂਦੇ। ਇਹਦੇ ਵਿੱਚ ਹੀ ਸਾਰੇ ਦੇ ਸਾਰੇ ਫਲ, ਸਾਰੇ ਦੇ ਸਾਰੇ ਪੁੰਨ ਕਰਮ ਆ ਜਾਂਦੇ, ਜੇ ਅਸੀਂ ਜੀਵਾਂ ਤੇ ਦਇਆ ਕਰਦੇ ਹਾਂ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸਜਾਨ, ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਉਹਦੀ ਦਇਆ ਬੜੀ ਵੱਡੀ ਦਾਤ ਹੈ, ਬਖਸ਼ਿਸ਼ ਬਹੁਤ ਵੱਡੀ, ਤੇ ਦਇਆ ਦਾ ਪਾਤਰ ਹਰ ਇੱਕ ਨਹੀਂ ਬਣ ਸਕਦਾ। ਦਇਆ ਦਾ ਪਾਤਰ ਬਣਨ ਵਾਸਤੇ ਵੀ ਰਹਿਮਤ ਚਾਹੀਦੀ ਹੈ, ਉਦੋਂ ਬਿਨਾਂ ਨਹੀਂ।
ਅੱਜ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਵੀ ਸਤਿਗੁਰੂ ਜੀ ਰਖਵਾਉਂਦੇ। ਦਇਆ ਹੀ ਹੈ, ਨਹੀਂ ਤੇ ਉੱਥੇ ਸ਼ਖਸੀਅਤਾਂ ਕਿੰਨੀਆਂ ਖੜੀਆਂ। ਇੱਕ ਨਾ ਉੱਥੇ ਸਤਿਗੁਰੂ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਨੀਂਹ ਪੱਥਰ ਰਖਵਾਇਆ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ। ਉਹਦੇ ਪਿੱਛੇ ਕਾਰਨ ਬਹੁਤ ਨੇ। ਇੱਕ ਤੇ ਧਰਮ ਨਿਰਪੱਖਤਾ, ਇੱਕੋ ਨਜ਼ਰੀਆ, ਕੋਈ ਵਿਤਕਰਾ ਨਹੀਂ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਰੱਬ ਨੂੰ ਪ੍ਰੇਮ ਕਰਨ ਵਾਲੇ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ, ਮਜ਼ਹਬਾਂ ਦੇ ਵਿੱਚ ਉਲਝ ਕੇ ਨਹੀਂ ਰਹਿੰਦੇ। ਤੇ ਜਿਹੜਾ ਮਜ਼ਹਬ ਵਿੱਚ ਉਲਝਿਆ ਪਿਆ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਉਹ ਰੱਬ ਦਾ ਪਿਆਰਾ ਨਹੀਂ ਹੈ, ਉਹਦੇ ਮਜ਼ਹਬ ਦੇ ਵਿੱਚ ਉਲਝਿਆ ਪਿਆ। ਗੁਰੂ ਨਾਨਕ ਸਾਹਿਬ ਨੂੰ ਪੜ੍ਹ ਲਓ, ਗੁਰੂ ਅੰਗਦ, ਕਿਸੇ ਵੀ ਗੁਰੂ ਸਾਹਿਬ ਦਾ ਜੀਵਨ ਪੜ੍ਹੋ, ਕਿਸੇ ਵੀ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਇਹ ਨਜ਼ਰ ਹੀ ਨਹੀਂ ਪਏਗਾ ਕਿ ਸਤਿਗੁਰੂ ਨੇ ਆਪਣੇ ਦਰ ਤੇ ਆਏ ਕਿਸੇ ਅਨਧਰਮੀ ਨੂੰ ਆਖਿਆ ਵੀ ਜਾ ਮੁੜ ਜਾ। ਕਿਸੇ ਨੂੰ ਨਹੀਂ ਆਖਿਆ। ਸਗੋਂ ਮਾਲਕ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਨੀਂਹ ਪੱਥਰ ਰਖਵਾ ਕੇ ਸਰਬ ਵਿਆਪਕਤਾ ਦਾ ਉਪਦੇਸ਼ ਦਿੱਤਾ, ਸਮਤਾ ਦਾ ਉਪਦੇਸ਼ ਦਿੱਤਾ, ਬਰਾਬਰਤਾ ਦਾ ਉਪਦੇਸ਼ ਦਿੱਤਾ। ਕੇਵਲ ਗੱਲਾਂ ਕਹਿਣ ਵਾਸਤੇ ਨਹੀਂ ਕਿ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਕਹਿਣ ਵਾਸਤੇ ਨਹੀਂ। ਸਤਿਗੁਰੂ ਨੇ ਬਕਾਇਦਾ ਪ੍ਰੈਕਟੀਕਲ ਵਿਖਾਇਆ। ਅਸੀਂ ਸਾਰੇ ਰੱਬ ਦੇ ਹਾਂ, ਬਣਾਇਆ ਸਾਨੂੰ ਸਾਰਿਆਂ ਨੂੰ ਪਰਮੇਸ਼ਵਰ ਨੇ ਹੈ। ਕੇਵਲ ਕਹਿਣ ਵਾਸਤੇ ਨਹੀਂ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਖਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਖੋ ਦਿਖਾਈ। ਕੇਵਲ ਕਹਿਣ ਵਾਸਤੇ ਨਹੀਂ, ਬਕਾਇਦਾ ਮਾਲਕ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਕਰਕੇ ਵਿਖਾਇਆ। ਨਹੀਂ ਤੇ ਸਾਈਂ ਮੀਆਂ ਮੀਰ ਜੀ ਤੋਂ ਬਿਨਾ ਵੀ ਤੇ ਉੱਥੇ ਸ਼ਖਸੀਅਤਾਂ ਕਈ ਖੜੋਤੀਆਂ ਨੇ। ਜੇ ਉਸ ਵਕਤ ਅਸੀਂ ਆਪਣੇ ਧਰਮ ਦੀ, ਜੇ ਸਿੱਖ ਧਰਮ ਦੀ ਹੀ ਗੱਲ ਕਰਾਂਗੇ, ਤੇ ਉਸ ਵਕਤ ਕਿੱਡੀਆਂ ਮਹਾਨ ਸ਼ਖਸੀਅਤਾਂ ਉੱਥੇ, ਬਾਬਾ ਬੁੱਢਾ ਜੀ ਵੀ, ਭਾਈ ਗੁਰਦਾਸ ਜੀ ਵੀ, ਸਾਰੇ ਉੱਥੇ ਮੌਜੂਦ ਨੇ। ਪਰ ਗੁਰੂ ਸਾਹਿਬ ਨੇ ਸਾਈਂ ਮੀਆਂ ਮੀਰ ਜੀ ਉੱਤੇ ਰਹਿਮਤ ਵਰਤਾਈ। ਉੱਥੇ ਮਾਲਕ ਪਾਤਸ਼ਾਹ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਉਂਦੇ। ਔਰ ਗੁਰੂ ਅਰਜਨ ਸਾਹਿਬ ਜੀ ਅੱਜ ਦੇ ਪਾਵਨ ਬਚਨਾਂ 'ਚ ਕਹਿ ਰਹੇ, ਕਹਿੰਦੇ ਜਿਸ ਨੋ ਦੇਵੈ ਦਇਆ ਕਰ, ਜਿਹਦੇ ਉੱਤੇ ਉਹ ਦਇਆ ਕਰਕੇ ਨਾਮ ਦੀ ਦਾਤ ਬਖਸ਼ਦਾ ਹੈ, ਸੋਈ ਪੁਰਖ ਸੁਜਾਨ। ਉਹੀ ਪੁਰਖ ਸੁਜਾਨ ਤੇ ਸਿਆਣਾ ਹੈ, ਜਿਨ੍ਹਾਂ ਮਿਲਿਆ ਪ੍ਰਭ ਆਪਣਾ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਮਿਲ ਲਿਆ, ਨਾਨਕ ਤਿੰਨ ਕੁਰਬਾਨ। ਕਹਿੰਦੇ ਆ ਨਾਨਕ ਉਹਨਾਂ ਤੋਂ ਕੁਰਬਾਨ ਜਾਂਦੇ ਨੇ, ਉਹਨਾਂ ਤੋਂ ਵਾਰਨੇ ਜਾਂਦੇ ਹਨ। ਬਾਗ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਬਾਨ। ਪਾਣੀ ਵਿੱਚ ਨਹਾਤਿਆਂ ਸੁਚਮਤਾ ਨਹੀਂ, ਆਪਣੇ ਨੂੰ ਧੋਤਿਆਂ ਸੁਚਮਤਾ ਨਹੀਂ। ਮਾਲਕ ਪਾਤਸ਼ਾਹ ਨੇ ਮੋਹਰ ਲਾ ਕੇ ਦੱਸਿਆ, ਮਾਘ ਸੁੱਚੇ ਸੇ ਕਾਂਡੀਐ। ਇਸ ਮਹੀਨੇ ਅੰਦਰ ਸੁੱਚੇ ਉਹ ਆਖੇ ਜਾਂਦੇ ਨੇ ਜਿਨ੍ਹਾਂ ਪੂਰਾ ਗੁਰ ਮਿਹਰ, ਜਿਹੜੇ ਪੂਰੇ ਗੁਰੂ ਦੀ ਮਿਹਰ ਦੇ ਪਾਤਰ ਬਣੇ ਨਾ, ਜਿਨ੍ਹਾਂ ਉੱਤੇ ਗੁਰੂ ਮਿਹਰਬਾਨ ਹੋ ਗਏ, ਸੁੱਚੇ ਉਹੀ ਸੁੱਚੇ ਆਖੇ ਜਾਂਦੇ, ਕਹੇ ਜਾਂਦੇ ਨੇ, ਜਿਹੜੇ ਰਹਿਮਤ ਦੇ ਪਾਤਰ ਬਣੇ। ਤੇ ਰਹਿਮਤ ਦੇ ਪਾਤਰ ਕਿਵੇਂ ਬਣਾਂਗੇ, ਉਹ ਸਤਿਗੁਰੂ ਜੀ ਪਹਿਲੋਂ ਦੱਸਦੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਆਹ ਤਰੀਕਾ ਜੇ ਸੁੱਚੇ ਬਣਨ ਦਾ, ਆਹ ਤਰੀਕਾ ਜੇ ਗੁਰੂ ਕੀ ਮਿਹਰ ਦੇ ਪਾਤਰ ਬਣਨ ਦਾ।
ਇਹੋ ਤਰੀਕਾ ਜਿਹੜਾ ਭਾਈ ਮਹਾਂ ਸਿੰਘ ਹੁਣਾਂ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਕਿ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦੇਣਾ। ਆਹੀ ਤਰੀਕਾ ਹੈ। ਉਸ ਵਕਤ ਜੰਗ ਵਿੱਚ ਜ਼ਰੂਰਤ ਸੀ ਆਪਣਾ ਆਪਾ ਵਾਰ ਗਏ। ਅੱਜ ਕਹਿ ਸਕਦੇ ਆ ਅੱਜ ਕਿਹੜਾ ਜੰਗਾਂ, ਅਸੀਂ ਆਪਣਾ ਆਪਾ ਕਿਵੇਂ ਬਚਾ। ਮਾਲਕ ਅੱਗੇ ਹੱਥ ਜੋੜ ਕੇ ਇਹ ਤੇ ਕਹਿ ਹੀ ਸਕਦੇ ਆ ਨਾ, ਸਤਿਗੁਰੂ ਆਪਣਾ ਆਪਾ ਤੁਹਾਡੇ ਤੋਂ ਕੁਰਬਾਨ ਕੀਤਾ, ਅਸੀਂ ਆਪਣਾ ਆਪਾ ਤੁਹਾਡੇ ਤੋਂ ਵਾਰਦੇ ਹਾਂ। ਆਪ ਜੀ ਜਿਵੇਂ ਉਪਦੇਸ਼ ਦਓਗੇ, ਜਿਵੇਂ ਬਚਨ ਕਰੋਗੇ, ਜਿਵੇਂ ਆਪ ਜੀ ਦਾ ਹੁਕਮ ਹੋਏਗਾ, ਅਸੀਂ ਆਪ ਦੇ ਹੁਕਮ ਅਨੁਸਾਰੀ ਹਾਂ। ਆਪਣਾ ਆਪਾ ਕੁਰਬਾਨ ਕਰਨਾ। ਕਿਤੇ ਸਾਨੂੰ ਵੀ ਆ ਜਾਏ ਤੇ ਅਸੀਂ ਵੀ ਉਸ ਸਾਹਿਬ ਨੂੰ ਹੱਥ ਜੋੜ ਕੇ ਆਖ ਸਕੀਏ, ਮਾਲਕ ਪਾਤਸ਼ਾਹ ਜੀਓ ਰਹਿਮਤ ਕਰੋ, ਹੇ ਟੁੱਟੀਆਂ ਗੰਢਣ ਵਾਲੇ ਗੋਪਾਲ ਪਰਮੇਸ਼ਵਰ ਜੀਓ ਰਹਿਮਤ ਕਰਕੇ ਸਾਡੀਆਂ ਟੁੱਟੀਆਂ ਸੁਰਤਾਂ ਵੀ ਤੁਸੀਂ ਗੰਢ ਲਓ, ਤਾਂ ਜੋ ਅਸੀਂ ਵੀ ਆਪ ਜੀ ਦੇ ਦਰ ਤੇ ਪ੍ਰਵਾਨੇ ਤੇ ਕਬੂਲੇ ਜਾਈਏ ਤੇ ਮਾਲਕ ਨੂੰ ਆਖ ਸਕੀਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਔਰ ਅੱਜ ਦਾ ਮਹੀਨਾ ਮਾਘ ਦਾ ਜਿਸ ਦੀ ਆਰੰਭਤਾ ਹੋਈ, ਸਾਡੇ ਸਭਨਾਂ ਲਈ ਖੁਸ਼ੀਆਂ ਭਰਿਆ, ਸੁੱਖਾਂ ਭਰਿਆ ਮਾਲਕ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਆਓ ਸਾਹਿਬ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਘ ਸੁੱਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।